ਇਹ ਪੈਰ ਜਿਹੜਾ ਚੁੰਮਣ ਵਾਲਾ ਅਮਲ ਇਹ ਸਿਰਫ ਪੈਰਾਂ ਦੀ ਹੱਦ ਤੱਕ ਹੀ ਹੈ ਨਾ ਭਾਈ ਨਾ ਵੇਖੋ ਨਾ ਇੰਜ ਉਹ ਬਸ ਬਕਾਇਆ ਬੰਦ ਕਮਰੇ ਠੀਕ ਉਹ ਨਹੀਂ ਉਹ ਭਾਈ ਯਾਰ ਉਹ ਬਕਾਇਆ ਨਹੀਂ ਤੁਸੀਂ ਸਰਦੀਆਂ ਆ ਗਈਆਂ ਕੁਆਰਿਆਂ ਨੂੰ ਮਰਨ ਦਿਓ ਉਹ ਯਾਰ ਹੋਰ ਕੁਝ ਨਾਜ਼ਰੀਨ ਤਰਸੀ ਕੌਮ ਸਾਰੇ ਰਣਵੜੀ ਉਹ ਮਾਮਾ ਇੱਥੋਂ ਘੁੱਟਣਾ ਸ਼ੁਰੂ ਕਰੋਗੇ ਤੇ ਉੱਤੇ ਜਾਓਗੇ ਨਾ ਤੁਸੀਂ ਆਂਦਿਆਂ ਨਾਲ ਡਾਇਰੈਕਟ ਜਾਨ ਚੁੰਮੀ ਦੇ ਨਾ ਕੋਈ ਰੁਪਈਆ ਵਹਾਣਾ ਨਾ ਧੇਲਾ ਵਹਾਣਾ ਇਹ ਤੁਹਾਡੀ ਜੇਬ 'ਚ ਵੇਖੋ ਨਾ ਇੰਜ ਜੇਬ ਤੁਸੀਂ ਖੋਲਣੀ ਹੈ ਇਹ ਜੇਬ 'ਚ ਇੰਜ ਨੋਟ ਹੋਣ ਹੈ ਇਹ ਲਿਆ ਕੇ ਇੰਜ ਤੁਸੀਂ ਇੰਜ ਫੜਾਓ ਫਿਰ ਇੱਥੋਂ ਚੁੰਮਣਾ ਸ਼ੁਰੂ ਕਰੋ ਤੇ ਉੱਤੇ ਜਾਓ ਇਹ ਚਿਹਰੇ ਦੀ ਮੁਸਕਰਾਹਟ ਵੇਖੋ ਇਹਦੇ 'ਚ ਕਿਹੜੀ ਰਣਮਰੀਦੀ ਮੈਨੂੰ ਇਹਨਾਂ ਦੀਆਂ ਮੁੱਛਾਂ ਬਹੁਤ ਅੱਛੀਆਂ ਲੱਗੀਆਂ ਸੀ ਉਦੋਂ ਇਹਨਾਂ ਦੀਆਂ ਮੁੱਛਾਂ ਵੱਡੀਆਂ ਵੱਡੀਆਂ ਸੀ ਤੇ ਬੜੇ ਗ੍ਰੇਸਫੁਲ ਸੀ ਉਦੋਂ ਵਾਲ ਸ਼ਾਲ ਵੀ ਆਇਆ ਸੀ ਸਾਰਾ ਕੁਝ ਠੀਕ ਸੀ ਪਰ ਹੁਣ ਥੋੜੇ ਜਿਹੇ ਅੱਗੋਂ ਖਤਮ ਹੋ ਗਏ ਨੇ ਇਹ ਕਿੱਧਰ ਗਏ ਨੇ ਵਾਲ ਹੋਣ ਜਿਹੜੇ ਨੇ ਇਹ ਮੈਂ ਚੁੰਮੀਆਂ ਲੈ ਲੈ ਕੇ ਖਤਮ ਕਰ ਦਿੱਤੇ ਨੇ ਚੁੰਮੀਆਂ ਦੇ ਨਾਲ ਵਾਲ ਵੀ ਖਾ ਗਏ ਜਾਂਦੇ ਚਲੋ ਭਾਵੇਂ ਕੋਈ ਪਰਦਾ ਰਹਿਣ ਦੇ ਹੁਣ ਤੁਸੀਂ ਸੁਣਨਾ ਚਾਹੁੰਦੇ ਜੇ ਕਿ ਯਾਰ ਮੈਂ ਮੈਨੂੰ ਵੇਖਣਾ ਪੈ ਪੈ ਕੇ ਖਤਮ ਹੋਏ ਨੇ ਜਾਂ ਜੁੱਤੀਆਂ ਖਾ ਖਾ ਕੇ ਰਹਿਣ ਦਿਓ ਯਾਰ ਮੈਂ ਇੱਕ ਸੈਲੀਬ੍ਰਿਟੀ ਆ ਫੋਕ ਸਿੰਗਰ ਆ ਮੈਂ ਤੇ ਚਿੱਤਰ ਤੁਸੀਂ ਕੀ ਸੁਣਨਾ ਮੈਂ ਤੇ ਗੱਲ ਨਹੀਂ ਕੀਤੀ ਮੈਂ ਤਾਂ ਤਾਂ ਵੀ ਘੁੱਟ ਨਾ ਗੱਲਾਂ ਮੂੰਹ ਨਾਲ ਹੁੰਦੀਆਂ ਨੇ ਪੈਰਾਂ ਨਾਲ ਹੱਥਾਂ ਨਾਲ ਹੀ ਹੁੰਦੀਆਂ ਜੀ ਮੇਰੀ ਜਾਨ 14 ਸਾਲ ਤੁਹਾਡੀ ਸ਼ਾਦੀ ਨੂੰ ਹੋ ਗਈ 14 ਸਾਲ ਇੰਜ ਹੀ ਗੁਜ਼ਰ ਗਏ ਨੇ ਯਾਰ ਪਿਆਰ ਮੁਹੱਬਤ ਨਾਲ ਜਿਹੜਾ ਟਾਈਮ ਗੁਜ਼ਰ ਜਾਵੇ ਉਹੀ ਬਿਹਤਰ ਹੈ ਲੜਾਈ ਝਗੜੇ ਕਿਚ ਕਿਚ ਐਵੇਂ ਬੋਲ ਕੇ ਜੋ ਸਿਰ 'ਚ ਫਰਾਈ ਪੈਨ ਖਾਣਾ ਜਾਂ ਕੋਈ ਪੈਨ ਖਾਣਾ ਹੈ ਉਸ ਤੋਂ ਬਾਅਦ ਉਹ ਵੇਲਣਾ ਖਾਣਾ ਹੈ ਔਰ ਐਂਡ ਤੇ ਆ ਜਾ ਕੇ ਮਾਫੀ ਫਿਰ ਆਪ ਹੀ ਮੰਗਣੀ ਤੇ ਗਲਤੀ ਤੇ ਇਹਨਾਂ ਦੀ ਹੁੰਦੀ ਨਹੀਂ ਭਾਵੇਂ ਗਲਤੀ ਅਸੀਂ ਸੋਚ ਹੀ ਨਹੀਂ ਸਕਦੇ ਬਿਲਕੁਲ ਸਹੀ ਇਹ ਤੁਸੀਂ ਵੀ ਮੰਨੋਗੇ ਕਿ ਐਂਡ ਤੇ ਪੈਰ ਤੁਸੀਂ ਘੁੱਟਦੇ ਜੇ ਤੇ ਫਿਰ ਇੱਥੇ ਐਵੇਂ ਤਾਂ ਸ਼ੋਹੇ ਕਿਉਂ ਬਣਦਾ ਜੀ ਮੈਂ ਤਾਂ ਨਹੀਂ ਘੁੱਟਦਾ ਮੈਂ ਸਾਰੀ ਜ਼ਿੰਦਗੀ ਨਹੀਂ ਘੁੱਟੇ ਪੈਰ ਭਾਣ ਉਹ ਚਲੋ ਪੈਰ ਨਹੀਂ ਘੁੱਟੇ ਠੁੱਡੇ ਤੇ ਖਾਂਦੇ ਹੀ ਜੇ ਨਾ ਕੁਛ ਨਾ ਕੁਛ ਤੇ ਕਰਦੇ ਹੀ ਹੋ ਨਾ ਅੱਲਾ ਦੇ ਹੁਕਮ ਨਾਲ ਚਾਰ ਦੀਵਾਰੀ ਦੇ ਵਿੱਚ ਹਰ ਬੰਦੇ ਦਾ ਇਹ ਹਾਲ ਹੈ ਤੁਸੀਂ ਲੋਕਾਂ ਨੇ ਤੇ ਕਸਮੇ ਮੁਆਸ਼ਰਾ ਖਰਾਬ ਕੀਤਾ ਹੈ ਯਾਰ ਇੱਕ ਲੈਵਲ ਹੁੰਦਾ ਭਾਈ ਕੀ ਹੋ ਗਿਆ ਮੈਂ ਮੁਲਕ ਦਾ ਵਜ਼ੀਰ ਆਜ਼ਮ ਬਣ ਜਾਵਾਂ ਤੇ ਮੈਂ ਹਰ ਬੰਦੇ ਤੇ ਫਰਜ਼ ਕਰ ਦਿਆਂ ਤੇਰਾ ਸੀ ਕਿ 118 ਜਾਂ 22 ਦਫਾ ਦਿਹਾੜੀ 'ਚ ਔਰਤ ਦੇ ਪੈਰ ਵੀ ਚੁੰਮਣੇ ਨੇ ਔਰ ਉਹਨੂੰ 2 ਘੰਟੇ ਘੱਟ ਤੋਂ ਘੱਟ ਮੁੱਠੀ ਭਰਨੀ ਤੇ ਵੇਖਣਾ ਮੁਆਸ਼ਰੇ 'ਚ ਇਨਕਲਾਬ ਕਿਵੇਂ ਆਂਦਾ 18 ਤੇ 122 ਵਾਲਾ ਕੋਈ ਫਾਰਮੂਲਾ ਹੈ ਘੱਟ ਤੋਂ ਘੱਟ ਯਾਰ ਇੰਨਾ ਔਰਤ ਤੇ 1000 ਦਫਾ ਵੀ ਚੁੰਮ ਲਓ ਤੇ ਤੁਸੀਂ ਔਰਤ ਦਾ ਦੇਣ ਨਹੀਂ ਦੇ ਯਾਰ ਸਕਦੇ ਬੰਦਾ 2-4 ਪੱਪੀਆਂ ਕਰੇ ਤੇ ਬੰਦਾ ਬੂਹ ਖੁਸ਼ਕ ਹੋ ਜਾਂਦਾ 118 ਪੱਪੀਆਂ ਕੌਣ ਕਰੇਗਾ ਭਾਈ ਨਾ ਵੇਖੋ ਉਹ ਬੱਸ ਕਰ ਦਿਓ ਭਾਈ ਨਾ ਬੱਸ ਕਰ ਦਿਓ ਕਿਸੇ ਹੋਰ ਵਾਸਤੇ 60 ਹੋ ਗਈ ਕਿਸੇ ਹੋਰ ਵਾਸਤੇ ਕਿਉਂ ਛੱਡਾਂ ਮੇਰੀ ਉਹ ਮੈਂ ਕਿਹਾ- ਰਜਿਸਟਰੀ ਇੰਤਕਾਲ ਹੈ ਮੇਰੇ ਕੋਲ ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਹੋਰ ਟਾਈਮ ਵਾਸਤੇ ਛੱਡ ਦਿਓ ਸਾਰਾ ਕੁਝ ਹੁਣੇ ਕਰ ਲੈਣਾ ਮੈਂ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ ਮੈਂ ਹਰ ਟਾਈਮ ਇਹ ਚੁੰਮਦਾ ਰਵਾਂ ਇਹ ਮੈਂ ਮਾਲਟਨ ਡਿਗਰੀ ਕਾਲਜ ਪੜ੍ਹਨਾ ਸਾਂ ਤੇ ਇਹ ਵੀ ਸਾਹਮਣੇ ਮਾਲਟਨ ਡਿਗਰੀ ਵੂਮਨ ਕਾਲਜ ਉੱਥੇ ਪੜ੍ਹਦੇ ਸਨ ਠੀਕ ਹੈ ਮੇਰੇ ਕੋਲ ਉਸ ਵਕਤ ਸਾਈਕਲ ਸੀ ਇਹਨਾਂ ਕੋਲ ਮਹਿਰਾਨ ਸੀ ਤੇ ਅੱਲਾ ਜਾਣਦਾ ਇਹਨਾਂ ਨੂੰ ਤੱਕਿਆ ਸਿਰਫ ਤੱਕਿਆ ਤੇ ਰੱਬ ਨੇ ਫਜ਼ਲ ਸ਼ੁਰੂ ਕਰਤਾ ਥੋੜੇ ਦਿਨਾਂ ਬਾਅਦ ਰੱਬ ਨੇ ਕਲਟਸ ਦੇ ਦਿੱਤੀ ਠੀਕ ਹੈ ਤੇ ਜਦੋਂ ਇਹ ਜ਼ਿੰਦਗੀ ਚ ਆਏ ਨੇ ਫਿਰ ਇਹ ਵੇਖੋ ਰੱਬ ਨੇ ਆਲੀ ਸ਼ਾਨ ਘਰ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah 2 ਪਲਾਜ਼ੇ ਨੇ ਇੱਕ ਆਲਟੋ ਗੱਡੀ ਹੈ ਇੱਕ ਫਾਰਚੂਨਰ ਮੈਂ ਲੀਜ਼ ਤੇ ਬੈਂਕ ਕੋਲ ਲਈ ਤੇ ਉਹ ਸਾਰਾ ਇਹਨਾਂ ਦਾ ਤੁਫੈਲ ਹੈ ਤੁਸੀਂ ਇਹ ਹੀ ਤੇ ਸਾਡਾ ਬੱਚੇ ਸਾਨੂੰ ਆਪਣੇ ਅੱਛੇ ਲੱਗਦੇ ਨੇ ਬੁੱਢੀਆਂ ਸਾਨੂੰ ਲੋਕਾਂ ਦੀਆਂ ਅੱਛੀਆਂ ਲੱਗਦੀਆਂ ਨੇ ਉਹਦੀ ਵਜ੍ਹਾ ਪਤਾ ਕੀ ਹੈ ਜਦੋਂ ਤੁਸੀਂ ਤੁਹਾਨੂੰ ਪਿਆਰ ਹੋ ਗਿਆ ਤੇ ਫਸਟ ਟਾਈਮ ਇਹਨਾਂ ਨੂੰ ਇਜ਼ਹਾਰ ਮੁਹੱਬਤ ਕੀਤਾ ਇਹਨਾਂ ਦਾ ਕੀ ਰਿਐਕਸ਼ਨ ਸੀ ਫਸਟ ਟਾਈਮ ਥੱਪੜ ਮਾਰਿਆ ਸੀ ਅੱਛਾ ਕਿਉਂਕਿ ਮੈਂ ਸਾਈਕਲ ਤੇ ਸਾਂ ਮਹਿਰਾਨ ਤੇ ਸੀ ਤੇ ਕੋਈ ਕੰਬੀਨੇਸ਼ਨ ਨਹੀਂ ਸੀ ਬਣਦਾ ਠੀਕ ਹੈ ਮੈਨੂੰ ਉਦੋਂ ਘਰੋਂ 2 ਰੁਪਏ ਜਾਂ 5 ਰੁਪਏ ਮਿਲਦੇ ਸੀ ਇਹ ਉਸ ਵਕਤ 버ਗਰ ਖਾਂਦੀ ਸੀ ਚਿਕਨ ਠੀਕ ਹੈ ਤੇ ਮੈਂ ਸਿਗਰਟ ਮੰਗ ਕੇ ਪੀਣਾ ਸਾਂ ਤੇ ਫਿਰ ਕਿੰਨੀ ਸਟਰਗਲ ਕਰਨੀ ਪਈ ਕਿਸ ਤਰ੍ਹਾਂ ਮਨਾਇਆ ਇਹਨਾਂ ਨੇ ਮੈਂ ਜੀ ਹਰ ਜੁਮੇਰਾਤ ਦਾਤਾ ਸਾਹਿਬ ਜਾਂਦਾ ਹੁੰਦਾ ਸਾਂ ਅੱਛਾ ਤੇ ਇਹ ਸਮਝ ਲਓ ਕਿ ਦਾਤਾ ਨੇ ਆਪਣਾ ਕਰਮ ਕਮਾਇਆ ਮੰਨਤਾ ਮੁਰਾਦਾਂ ਨਾਲ ਮਿਲੀ ਯਾਰ ਇਹ ਛੱਡ ਦਿਓ ਗੱਲਾਂ ਕਰ ਲਓ ਬਾਅਦ ਚ ਕਰ ਲੈਣਾ ਨਹੀਂ ਭਾਣ ਕਿਉਂ ਇਹ ਮੇਰੀ ਡਿਊਟੀ ਹੈ ਅੱਛਾ ਇਹ ਮੈਂ ਤੁਹਾਡੇ ਸਾਹਮਣੇ ਮੈਂ ਜਿੰਦਾ ਜਦੋਂ ਪੈਦਾ ਹੋਇਆ ਨਾ ਮੈਂ ਇੱਕ ਬੁੱਤ ਸਾਂ ਮੈਂ ਸਾਹ ਲੈਣਾ ਉਦੋਂ ਸ਼ੁਰੂ ਕੀਤੇ ਨੇ ਜਦੋਂ ਇਹ ਮੇਰੀ ਜ਼ਿੰਦਗੀ ਚ ਆਏ ਨੇ अस्सलाम वालेकुम नाज़रीन, मैं हूं आपका मेज़बान अहमद गौहर। नाज़रीन, कहा यह जाता है कि जब तक कोई चीज़ आपके पास नहीं होती तो उस वक्त तक आपकी नज़र में उसकी वैल्यू उसकी कदर ज़्यादा होती है। जब वो चीज़ आप हासिल कर लेते हैं, जब आपके पास पहुंच जाती है तो उसकी वैल्यू ख़त्म हो जाती है। लेकिन ये बात आज की वीडियो में गलत साबित हो जाएगी, क्योंकि आज की स्टोरी जो है इसमें हम आपको बताएँगे, आपको दिखाएँगे कि जब बंदा किसी को पा लेता है, किसी को हासिल कर लेता है तो उसका मुरीद कैसे हो जाता है, उसकी कदर कैसे करता है। और इसी के साथ साथ नाज़रीन आपको बताते चलूँ कि आपने बड़े बड़े रन मुरीद देखे होंगे, लेकिन जो आज रन मुरीद हम आपको दिखाने जा रहे हैं इसका मुकाम, इसका रुतबा आला ही है। ये ऐसी ऐसी हरकतें करता है, यकीनन बंदा मतलब शर्मिंदगी फील होती है कि यार ये बंदा क्या कर रहा है। चलें इनकी लव स्टोरी के बारे में जानते हैं और आपको रन मुरीदी भी दिखाते हैं कि कैसे होती है और क्या होता है। नाज़रीन ये चेक करें ज़रा
ਪੁੱਛਿਆ ਵੀ ਨਹੀਂ ਤੇ ਤੁਸੀਂ ਆ ਗਏ ਹੋ। ਸਰ ਮੈਂ ਚੈੱਕ ਕਰਨਾ ਚਾਹ ਰਿਹਾ ਸੀ ਕਿ ਤੁਸੀਂ ਕਿੰਨੇ ਕੁ ਰਣ ਮਰੀਦ ਹੈ ਇਹ। ਯਾਰ ਇਹ ਰਨ ਮਰੀਦੀ ਨਹੀਂ ਹੈ, ਮੇਰੀ ਜਾਨ ਦੇ ਟੋਟੇ ਹੈ, ਪਿਆਰ ਹੈ। ਸਾਰੇ ਰਣ ਮਰੀਦੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਉਹ ਤੁਹਾਡਾ ਸੀ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਤੁਹਾਡੇ ਵੱਸ ਦੀ ਗੱਲ ਨਹੀਂ। ਤੁਹਾਨੂੰ ਇਹ ਦੇਖਣ, ਤੁਹਾਨੂੰ ਇਹ ਸਾਦਤ ਨਸੀਬ ਨਹੀਂ ਨਾ ਹੁੰਦੀ। ਤੁਸੀਂ ਲੋਕ ਛੱਡਦੇ ਜੇ, ਹੋਰ ਕੁਝ ਵੀ ਨਹੀਂ ਹੈਗਾ। भजन ये क्या कर रहे हैं, मर्दों को क्यों शर्मिंदा कर रहे हैं यार आप? ਉਹ ਭਾਈ ਮਰਦਾਂ ਨੂੰ ਸ਼ਰਮਿੰਦਾ ਨਹੀਂ ਕਰ ਰਿਹਾ ਮੈਂ, ਮਰਦਾਂ ਨੂੰ ਅਕਲ ਔਰ ਸ਼ਊਰ ਦੇ ਰਿਹਾ ਕਿ ਆਪਣੀ ਔਰਤ ਦੀ ਖਿਦਮਤ ਕਰੋ ਤੇ ਦੁਨੀਆ ਤੇ ਜੰਨਤ, ਆਪਣੀ ਦੁਨੀਆ ਹੀ ਜੰਨਤ ਬਣਾ ਲਓ। यार औरत ਦਾ ਕੰਮ ਹੁੰਦਾ ਬੰਦੇ ਦੀ ਖਿਦਮਤ ਕਰਨਾ। ਭਾਈ ਕੀ ਹੋ ਗਿਆ? ਭਾਵੇਂ ਨਾ ਤੁਹਾਡੇ ਵਰਗੇ ਲੋਕਾਂ ਦਾ ਮਾਈਂਡਸੈਟ ਬਣ ਚੁੱਕਿਆ, ਜਿਹੜੇ ਔਰਤ ਨੂੰ ਜੁੱਤੀ ਦੀ ਨੋਕ ਸਮਝਦੇ ਨੇ ਜਾਂ ਔਰਤ ਨੂੰ ਘਰ ਦੀ ਨੌਕਰਾਨੀ ਸਮਝਦੇ ਨੇ। ਨਹੀਂ ਨਹੀਂ, ਜੁੱਤੀ ਦੀ ਨੋਕ ਨਹੀਂ ਸਮਝਦੇ, ਲੇਕਿਨ ਫਿਰ ਵੀ ਖਿਦਮਤ ਕਰਨਾ ਜਿਹੜਾ ਨਾ ਔਰਤ ਦਾ ਫਰਜ਼ ਹੁੰਦਾ ਮਰਦ ਦੀ। ਅੱਛਾ, ਔਰਤ ਮਰਦ ਦੀ ਖਿਦਮਤ ਕਰੇ ਤੇ ਮਰਦ ਕੀ ਕਰੇ? ਉਹਨੂੰ ਥੱਪੜ ਮਾਰੇ? ਮਰਦ ਉਹਦੇ ਤੇ ਆਪਣੇ ਹੁਕਮ ਚਲਾਵੇ? ਕੀ ਕਰੇ? ਮਰਦ ਉਹਦੇ ਵਾਸਤੇ ਕਮਾਈ ਨਹੀਂ ਕਰਦਾ, ਉਹਦੇ ਵਾਸਤੇ ਸ਼ਾਪਿੰਗ ਨਹੀਂ ਕਰਾਉਂਦਾ, ਉਹਦੀ ਸ਼ੌਕ ਨਹੀਂ ਪੂਰੇ ਕਰਦਾ, ਨਖਰੇ ਨਹੀਂ ਚੁੱਕਦਾ ਹੁੰਦੇ। ਨਹੀਂ ਤੇ ਇਸਲਾਮ ਨੇ ਕੀ ਕਿਹਾ ਦੱਸੋ? ਉਹਨ ਕਿਹਾ ਨਹੀਂ, ਇਸਲਾਮ ਨੇ, ਸਾਡੇ ਦੀਨ ਨੇ ਦਰਸ ਦਿੱਤਾ ਹੈ ਕਿ ਔਰਤ ਔਰ ਮਰਦ ਬਰਾਬਰ ਨੇ। ਔਰਤ ਮਰਦ ਦਾ ਲਿਬਾਸ ਹੈ ਔਰ ਮਰਦ ਔਰਤ ਦਾ ਲਿਬਾਸ ਹੈ। ਉਹ ਸਾਰਾ ਕੁਝ ਠੀਕ ਹੈ, ਪੈਰ ਚੁੱਭਣਾ ਕਿੱਥੇ ਲਿਖਿਆ ਹੋਇਆ? ਇਹਦੇ 'ਚ ਬੁਰਾਈ ਕੀ ਹੈ ਮੈਨੂੰ ਇਹ ਦੱਸੋ ਯਾਰ? ਪੈਰ ਚੁੱਭ ਰਹੇ ਭਾਈ ਤੁਸੀਂ, ਉਹ ਮਾਂ ਦੇ ਪੈਰ ਚੁੱਭੀਂਦੇ ਨਹੀਂ ਯਾਰ। ਯਾਰ ਤੁਹਾਡਾ ਲੋਕਾਂ ਨੇ ਕਨਸੈਪਟ ਹੀ ਗਲਤ ਬਣਾਤਾ ਹੈ, ਇਸ ਚੀਜ਼ ਨੂੰ ਇੱਕ ਮੇਰੇ ਵਾਸਤੇ ਤਾਨਾ ਬਣਾਤਾ ਹੈ। ਅੱਲਾ ਦੀ ਕਸਮ, ਜਿੰਨੀ ਮੈਂ ਆਪਣੀ ਮਾਂ ਦੀ ਖਿਦਮਤ ਕਰਨਾ ਨਾ, ਸ਼ਾਇਦ ਕੋਈ ਕਰਦਾ ਹੋਵੇ। ਜਿਸ ਤਰ੍ਹਾਂ ਅੱਲਾ ਦੇ ਘਰ ਅਸੀਂ ਨਮਾਜ਼ ਪੜ੍ਹਨੇ ਆ ਤੇ ਅੱਲਾਹ ਤਾਲਾ ਫਰਮਾਂਦਾ ਹੈ ਨਾ ਕਿ ਤੁਸੀਂ ਦਿਖਾਵੇ ਵਾਸਤੇ ਨਮਾਜ਼ ਪੜ੍ਹੋ ਤੇ ਮੈਨੂੰ ਤੁਹਾਡੀ ਨਮਾਜ਼ ਦੀ ਕੋਈ ਲੋੜ ਨਹੀਂ। ਇਸ ਤਰ੍ਹਾਂ ਮਾਂ-ਬਾਪ ਦੀ ਜਿਹੜੀ ਖਿਦਮਤ ਹੈ ਉਹ ਤਾਂ ਸਾਨੂੰ ਗੁੜਤੀ 'ਚ ਮਿਲੀ ਹੈ। ਅਸੀਂ ਮੁਸਲਮਾਨ ਆ, ਠੀਕ ਹੈ ਨਾ, ਉਹ ਅਸੀਂ ਕਰਨੀ, ਉਹ ਸਾਨੂੰ ਵਿਖਾਉਣ ਦੀ ਲੋੜ ਨਹੀਂ। ਕੀ ਮਿਲਦਾ ਭੈਣ ਪੈਰ ਚੁੰਮ ਕੇ ਤੇ ਲੱਤਾਂ ਘੁੰਮ ਕੇ ਤੁਹਾਨੂੰ? ਭੈਣ ਮੈਂ ਕਹਿ ਰਿਹਾ ਕਿ ਤੁਸੀਂ ਇਹ ਕਰਕੇ ਵੇਖੋ, ਆਪ ਭਾਬੀ ਜਿਹੜੀ ਸਾਡੀ, ਉਹਦੇ ਪੈਰ ਚੁੰਮ ਕੇ ਵੇਖੋ, ਤੁਹਾਨੂੰ ਦੁਨੀਆ ਤੇ ਜੰਨਤ ਦਾ ਨਜ਼ਾਰਾ ਮਿਲੇਗਾ। ਘਰ 'ਚ ਸਕੂਨ, ਸ਼ਾਂਤੀ। मुझे अजीब लग रहा है, सीधे पाँव चूम रहे हैं भाई। ਤੁਸੀਂ ਲੋਕਾਂ ਨੇ ਤਾਂ ਕਸਮੇ ਮੁਆਸ਼ਰਾ ਖਰਾਬ ਕੀਤਾ ਹੈ। ਯਾਰ ਇੱਕ ਲੈਵਲ ਹੁੰਦਾ ਭਾਈ, ਕੀ ਹੋ ਗਿਆ? ਮੈਂ ਮੁਲਕ ਦਾ ਵਜ਼ੀਰ ਆਜ਼ਮ ਬਣ ਜਾਵਾਂ ਤੇ ਮੈਂ ਹਰ ਬੰਦੇ ਤੇ ਫਰਜ਼ ਕਰ ਦਿਆਂ ਕਿ 118 ਜਾਂ 22 ਦਫਾ ਦਿਹਾੜੀ 'ਚ ਔਰਤ ਦੇ ਪੈਰ ਵੀ ਚੁੰਮਣੇ ਨੇ ਔਰ ਉਹਨੂੰ 2 ਘੰਟੇ ਘੱਟ ਤੋਂ ਘੱਟ ਮੁੱਠੀ ਭਰਨੀ, ਤੇ ਵੇਖਣਾ ਮੁਆਸ਼ਰੇ 'ਚ ਇਨਕਲਾਬ ਕਿਵੇਂ ਆਉਂਦਾ। ਇਹ ਮੁਲਕ, ਇਹ ਵੇਖੋ ਨਾ, ਇੰਡੀਆ ਚੰਦ ਤੇ ਪਹੁੰਚ ਗਿਆ, ਅਸੀਂ ਚੰਦ ਤੇ ਵੀ ਪਹੁੰਚ ਜਾਵਾਂਗੇ ਤੇ ਸਿਤਾਰੇ ਲੈ ਆਵਾਂਗੇ ਤੋੜ ਕੇ। 118 122 ਵਾਲਾ ਕੋਈ ਫਾਰਮੂਲਾ ਹੈ? ਘੱਟ ਤੋਂ ਘੱਟ ਯਾਰ, ਇੰਨਾ ਔਰਤ ਤੇ 1000 ਦਫਾ ਵੀ ਚੁੰਮ ਲਓ ਤੇ ਤੁਸੀਂ ਔਰਤ ਦਾ ਦੇਣ ਨਹੀਂ ਦੇ ਯਾਰ ਸਕਦੇ। ਬੰਦਾ 2-4 ਪੱਪੀਆਂ ਕਰੇ ਤੇ ਬੰਦਾ ਬੂਹ ਖੁਸ਼ਕ ਹੋ ਜਾਂਦਾ, 118 ਪੱਪੀਆਂ ਕੌਣ ਕਰੇਗਾ? ਭਾਈ ਨਾ ਵੇਖੋ, ਉਹ ਬੱਸ ਕਰ ਦਿਓ ਭਾਈ ਨਾ, ਬੱਸ ਕਰ ਦਿਓ। ਕਿਸੇ ਹੋਰ ਵਾਸਤੇ 60 ਹੋ ਗਈ, ਕਿਸੇ ਹੋਰ ਵਾਸਤੇ ਕਿਉਂ ਛੱਡਾਂ? ਮੇਰੀ ਉਹ ਮੈਂ ਕਿਹਾ- ਰਜਿਸਟਰੀ ਇੰਤਕਾਲ ਹੈ ਮੇਰੇ ਕੋਲ। ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਹੋਰ ਟਾਈਮ ਵਾਸਤੇ ਛੱਡ ਦਿਓ, ਸਾਰਾ ਕੁਝ ਹੁਣੇ ਕਰ ਲੈਣਾ। ਮੈਂ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਮੈਂ ਹਰ ਟਾਈਮ ਇਹ ਚੁੰਮਦਾ ਰਵਾਂ, ਲੇਕਿਨ ਦੁਨੀਆ ਦੇ ਕੰਮਕਾਰ ਕਰਨੇ ਪੈਂਦੇ ਨੇ। ਨਹੀਂ ਤੇ ਕਸਮ ਖੁਦਾ ਦੀ ਮੈਂ ਸਾਰੀ ਉਮਰ ਚੁੰਮਦਾ ਰਵਾਂ ਤੇ ਮੇਰਾ ਪੇਟ ਭਰੇ। ਇਹ ਆਪਣੇ ਬੋਲ ਵੇਖੋ ਕਾਲੇ ਸਿਆ, ਇਹ ਮੇਰੇ ਵੇਖੋ ਲਾਲੀ ਭਾਖਰੀ। ਮੈਂ ਪੈਰ ਚੁੰਮ ਕੇ ਹੋਏ ਨੇ। ਪੈਰ ਮੁਬਾਰਕ ਕਵੋ ਭਾਣ, ਗੁਸਤਾਖੀ ਕਰ। ਸੌਰੀ ਪੈਰ ਮੁਬਾਰਕ ਚੁੰਮ ਕੇ ਹੋਏ। ਅਲਹਮਦੁਲਿਲਾ। ਭਾਬੀ ਵੀ ਤੁਸੀਂ ਦੱਸੋ, ਤੁਹਾਨੂੰ ਅਜੀਬ ਨਹੀਂ ਲੱਗਦਾ ਤੁਹਾਡਾ ਬੰਦਾ ਪੈਰ ਚੁੰਮ ਰਿਹਾ ਹੈ, ਤੁਹਾਡੇ ਲੱਤਾਂ ਘੁੱਟ ਰਿਹਾ? ਨਹੀਂ, ਮੈਨੂੰ ਅਜੀਬ ਨਹੀਂ ਲੱਗਦਾ ਬਿਲਕੁਲ ਵੀ, ਬਲਕਿ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੇਰੀ ਖਿਦਮਤ ਕਰਦੇ ਨੇ ਇੰਜ। ਉਹ ਖਿਦਮਤ ਤਾਂ ਚਲੋ ਠੀਕ ਸਮਝ ਆਉਂਦੀ, ਲੱਤਾਂ ਤੋਂ ਸਮਝ ਆਉਂਦੀਆਂ ਨੇ, ਪੈਰ ਚੁੰਮਣਾ ਇਹ ਕਿਹੜੀ ਖਿਦਮਤ ਹੈ? ਪਿਆਰ ਹੈਗਾ ਮੇਰੇ ਵਾਸਤੇ। ਔਰ ਭਾਵੇਂ ਜਿੰਨੇ ਤੁਸੀਂ ਲੋਕ ਵੀ- ਮੈਨੂੰ ਵੇਖ ਰਹੇ ਨੇ, ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਉਹ ਵੀ ਆਪਣੀ ਬੀਵੀਆਂ ਨਾਲ ਇੰਜ ਹੀ ਪਿਆਰ ਕਰਨ ਜਿਸ ਤਰ੍ਹਾਂ ਸਾਡਾ ਪਿਆਰ ਹੈ। ਉਹ ਬੀਵੀਆਂ ਦਾ ਕੰਮ ਹੁੰਦਾ ਯਾਰ, ਮੈਨੂੰ ਸਮਝ ਨਹੀਂ ਆ ਰਹੀ। ਸਰ ਮਰਦ ਦਾ ਕੰਮ ਹੁੰਦਾ ਬੀਵੀ ਨੂੰ ਖਿੱਚ ਕੇ ਸਰ ਛੱਡ ਦਿਓ। ਸਰ ਮੇਰੀ ਗੱਲ ਵੀ ਕਰੋ ਦੋਨੋਂ। ਬੰਦਾ ਹੁੰਦਾ ਬੀਵੀ ਨੂੰ ਜ਼ਰਾ ਖਿੱਚ ਕੇ ਰੱਖਦਾ, ਜ਼ਰਾ ਮਤਲਬ ਰੋਹ ਪਾ ਕੇ ਰੱਖਦਾ। ਤੁਸੀਂ ਤਾਂ ਬਿਲਕੁਲ ਹੀ ਮਤਲਬ ਹੱਦ ਹੀ ਮੁਕਾਤੀ, ਬੰਦੇ ਨੂੰ ਸ਼ਰਮਿੰਦਾ ਕਰਵਾਤਾ ਯਾਰ। ਮੈਨੂੰ ਦੱਸੋ ਕਿ ਕਿਹੜੀ ਕਿਤਾਬ 'ਚ ਲਿਖਿਆ ਹੈ ਕਿ ਸਾਡੇ ਕਿੱਥੇ ਦੀਨ 'ਚ ਲਿਖਿਆ ਹੈਗਾ ਔਰਤ ਨੂੰ ਖਿੱਚ ਕੇ ਰੱਖੋ? ਅੱਲਾਹ ਤਾਲਾ ਨੇ ਕਿਹਾ ਮਰਦ ਔਰਤ ਦਾ ਲਿਬਾਸ ਹੈ, ਔਰਤ ਮਰਦ ਦਾ ਲਿਬਾਸ ਹੈ, ਦੋਵਾਂ ਨੂੰ ਬਰਾਬਰੀ ਦੇ ਹਕੂਕ ਦਿੱਤੇ ਨੇ। ਅਸੀਂ ਸਾਡੇ ਮੁਆਸ਼ਰੇ ਨੇ ਇਹ ਚੀਜ਼ ਅਡਾਪਟ ਕਰ ਲਈ ਕਿ ਔਰਤ ਨੂੰ ਕਿਉਂ ਖਿੱਚ ਕੇ ਰੱਖਣਾ? ਔਰਤ ਕਿਸੇ ਦੀ ਧੀ ਨਹੀਂ ਹੈ, ਔਰਤ ਕਿਸੇ ਦੀ ਬੇਟੀ ਨਹੀਂ ਹੈ, ਇਹਨੂੰ ਕਿਉਂ ਖਿੱਚ ਕੇ ਰੱਖਣਾ? ਮੈਂ ਆਪਣੀ ਭੈਣ ਤੇ ਧੀ ਵਾਸਤੇ ਸੋਚਾਂ ਕਿ ਉਹ ਸ਼ਹਜ਼ਾਦੀ ਬਣ ਕੇ ਰਵੇ ਤੇ ਬੀਵੀ ਨੂੰ ਮੈਂ ਕਹਾਂ ਕਿ ਇਹ ਮੇਰੀ ਨੌਕਰਾਨੀ ਬਣ ਕੇ ਰਵੇ, ਮੇਰੇ ਘਰ ਦੇ ਕੰਮ ਵੀ ਕਰੇ, ਰੋਟੀ ਵੀ ਪਕਾਵੇ, ਸਾਲਨ ਵੀ ਪਕਾਵੇ ਤੇ ਇਹਦੀ ਮੈਂ ਖਿਦਮਤ ਵੀ ਨਾ ਕਰਾਂ। ਇਹ ਕਿੱਥੇ ਲਿਖਿਆ? ਇਹ ਅਸੀਂ ਲੋਕਾਂ ਨੇ ਗਲਤ ਕਨਸੈਪਟ ਬਣਾ ਲਿਆ। ਬਸ ਜਿੱਦਣ ਅਸੀਂ ਆਪਣਾ ਕਨਸੈਪਟ ਕਲੀਅਰ ਕਰ ਲਿਆ, ਸਾਡਾ ਮੁਆਸ਼ਰਾ ਇਨਸ਼ਾਅੱਲਾ ਪਾਕਿਸਤਾਨ ਚੰਦ ਤੇ ਵੀ ਪਹੁੰਚੇਗਾ ਤੇ ਪਾਕਿਸਤਾਨ ਤਰੱਕੀ ਦੀ ਰਾਹ ਤੇ ਗਾਮਜ਼ਨ ਹੋ ਜਾਏਗਾ। ਅਸੀਂ ਇੰਡੀਆ ਤੋਂ ਵੀ ਅੱਗੇ ਨਿਕਲ ਜਾਵਾਂਗੇ। ਅੱਛਾ, ਦਿਹਾੜੀ 'ਚ ਕਿੰਨਾ ਟਾਈਮ ਜਿਹੜਾ ਪੈਰ ਚੁੰਮਦੇ ਹੋ?
ਮੈਂ ਭਾਵੇਂ ਤਕਰੀਬਨ ਤੁਹਾਨੂੰ ਦੱਸਿਆ ਕਿ 118 ਜਾਂ 20 ਦਫਾ ਤੁਸੀਂ ਚੁੰਮਦਾ। ਗਿਣ ਕੇ ਚੁੰਮਦੇ ਕਿ 118 ਦਫਾ? ਨਹੀਂ, ਮੈਂ ਕਹਿੰਦਾ ਕਿ ਸਾਰਾ ਦਿਨ ਵੀ ਚੁੰਮੀ ਜਾਵਾਂ ਤੇ ਮੈਂ ਨਾ ਥੱਕਾਂ, ਲੇਕਿਨ ਜਿੱਦਣ ਮੈਂ ਬੜਾ ਬਿਜ਼ੀ ਹੋਣਾ ਹੋਵੇ, ਜਿੱਦਣ ਮੈਂ ਕਿਸੇ ਸ਼ੋਅ ਤੇ ਜਾਣਾ ਹੋਵੇ, ਮੈਂ ਫੋਕ ਸਿੰਗਰ ਆ, ਅੱਛਾ। ਤੇ ਜਿਸ ਦਿਨ ਮੈਂ ਸ਼ੋਅ ਤੇ ਜਾਣਾ ਹੋਵੇ ਜਾਂ ਮੇਰੀ ਕੋਈ ਆਡੀਓ ਰਿਕਾਰਡਿੰਗ ਹੋਵੇ ਜਾਂ ਵੀਡੀਓ ਦੀ ਰਿਕਾਰਡਿੰਗ ਹੋਵੇ, ਤੇ ਫਿਰ ਘੱਟ ਤੋਂ ਘੱਟ ਮੇਰੀ ਕੋਸ਼ਿਸ਼ ਹੁੰਦੀ ਕਿ 118 20 ਦਫਾ ਮੈਂ ਚੁੰਮ ਕੇ ਜਾਵਾਂ। 118 ਦਫਾ 20 ਦਫਾ, ਇਹ ਪੱਕਾ ਅਸੀਂ ਫਾਰਮੂਲਾ ਰੱਖਿਆ, ਕੋਈ ਵਜ਼ੀਫਾ ਰੱਖਿਆ ਆ? ਯਾਰ ਪਿਆਰ ਹੈ ਬਸ। ਸਹੀ ਹੋ ਗਿਆ। ਅੱਛਾ, ਮੈਨੂੰ ਦੱਸੋ ਕਿ ਤੁਹਾਡੀ ਲਵ ਮੈਰਿਜ ਹੈ ਅਰੇਂਜ ਮੈਰਿਜ ਹੈ? ਨਹੀਂ, ਟੋਟਲ ਲਵ ਮੈਰਿਜ। ਟੋਟਲ ਲਵ ਮੈਰਿਜ ਕਿਸ ਤਰ੍ਹਾਂ ਸ਼ੁਰੂ ਹੋਈ ਸੀ? ਇਹ ਮੈਂ ਮਾਲਟਨ ਡਿਗਰੀ ਕਾਲਜ ਪੜ੍ਹਨਾ ਸਾਂ ਤੇ ਇਹ ਵੀ ਸਾਹਮਣੇ ਮਾਲਟਨ ਡਿਗਰੀ ਵੂਮਨ ਕਾਲਜ ਉੱਥੇ ਪੜ੍ਹਦੇ ਸਨ। ਠੀਕ ਹੈ। ਮੇਰੇ ਕੋਲ ਉਸ ਵਕਤ ਸਾਈਕਲ ਸੀ, ਇਹਨਾਂ ਕੋਲ ਮਹਿਰਾਨ ਸੀ, ਤੇ ਅੱਲਾ ਜਾਣਦਾ ਇਹਨਾਂ ਨੂੰ ਤੱਕਿਆ, ਸਿਰਫ ਤੱਕਿਆ, ਤੇ ਰੱਬ ਨੇ ਫਜ਼ਲ ਸ਼ੁਰੂ ਕਰਤਾ। ਥੋੜੇ ਦਿਨਾਂ ਬਾਅਦ ਰੱਬ ਨੇ ਕਲਟਸ ਦੇ ਦਿੱਤੀ। ਠੀਕ ਹੈ। ਤੇ ਜਦੋਂ ਇਹ ਜ਼ਿੰਦਗੀ ਚ ਆਏ ਨੇ, ਫਿਰ ਇਹ ਵੇਖੋ ਰੱਬ ਨੇ ਆਲੀਸ਼ਾਨ ਘਰ, ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁल्लाह, 2 ਪਲਾਜ਼ੇ ਨੇ, ਇੱਕ ਆਲਟੋ ਗੱਡੀ ਹੈ, ਇੱਕ ਫਾਰਚੂਨਰ ਮੈਂ ਲੀਜ਼ ਤੇ ਬੈਂਕ ਤੋਂ ਲਈ ਹੈ, ਤੇ ਉਹ ਸਾਰਾ ਇਹਨਾਂ ਦਾ ਤੁਫੈਲ ਹੈ। ਮਾਂ-ਬਾਪ ਦੀਆਂ ਦੁਆਵਾਂ ਪਹਿਲੇ ਨੇ, ਲੇਕਿਨ ਇਹ ਵੇ ਕਿ ਅੱਲਾਹ ਤਾਲਾ ਵੀ ਫਰਮਾਉਂਦੇ ਨੇ ਕਿ ਜਦੋਂ ਔਰਤ ਹੈ ਨਾ, ਤੁਹਾਡਾ ਰਿਜ਼ਕ ਜਿਹੜਾ ਨਾ, ਉਹ ਔਰਤ ਆਪਣਾ ਨਸੀਬ ਲੈ ਕੇ ਆਂਦੀ। ਉਹ ਜਿਹੜੇ ਕਹਿੰਦੇ ਨੇ ਕਿ ਜ਼ਿਆਦਾ ਰਿਸਕ ਚਾਹੀਦਾ, 2-3 ਔਰਤਾਂ ਕਰ ਲਓ, ਉਹਨਾਂ ਵਾਸਤੇ ਕੀ ਕਹੋ? ਉਹ ਛਿੱਤਰਾਂ ਦੇ ਲੈਕਦੇ ਨੇ। ਉਹ ਭਾਵੇਂ ਨਾ ਔਰਤ ਇੱਕ ਹੈ ਤੇ ਜ਼ਿੰਦਗੀ ਜੰਨਤ ਹੈ, ਤੇ ਜੇ ਤੁਸੀਂ ਦੂਜੀ ਕਰ ਲਈ ਤੇ ਫਿਰ ਤੁਹਾਡੀ ਜ਼ਿੰਦਗੀ ਜਹੰਨਮ ਹੈ। ਉਹ ਕਹਿੰਦੇ ਨੇ ਕਿ ਇੱਕ ਔਰਤ ਹੋਵੇ ਨਾ, ਇੱਕ ਬੀਵੀ ਹੋਵੇ, ਉਹ ਤੁਹਾਡੇ ਨਾਲ ਲੜਦੀ ਹੈ, ਤੇ 2 ਹੋਣਗੀਆਂ ਨਾ ਤਾਂ ਤੁਹਾਡੇ ਵਾਸਤੇ ਲੜਨਗੇ ਦੋਵੇਂ ਆਪਸ ਵਿੱਚ। ਭਾਵੇਂ ਗਲਤ ਕਨਸੈਪਟ ਹੈ। ਤੁਸੀਂ ਇੱਕ ਬੀਵੀ ਰੱਖੋ, ਮਾਸ਼ਾਅੱਲਾ ਵੇਖੋ ਨਾ ਕਿੱਡੇ ਸੋਹਣੇ ਪੈਰ ਨੇ, ਤੁਹਾਡੇ ਬੁੱਲਾਂ ਨਾਲ ਬਹੁਤੇ ਚਿੱਟੇ ਨੇ। ਯਾਰ ਇਸ ਤੋਂ ਅੱਛੇ ਪੈਰ ਵੀ ਦੁਨੀਆ 'ਚ ਹੈ ਨੇ। ਤੁਸੀਂ ਇਹ ਹੀ ਤੇ ਸਾਡਾ ਬੱਚੇ ਸਾਨੂੰ ਆਪਣੇ ਅੱਛੇ ਲੱਗਦੇ ਨੇ, ਬੁੱਢੀਆਂ ਸਾਨੂੰ ਲੋਕਾਂ ਦੀਆਂ ਅੱਛੀਆਂ ਲੱਗਦੀਆਂ ਨੇ। ਉਹਦੀ ਵਜ੍ਹਾ ਪਤਾ ਕੀ ਹੈ? ਅਸੀਂ ਆਪਣੀਆਂ ਬੁੱਢੀਆਂ ਤੇ ਖਰਚਾ ਨਹੀਂ ਕਰਦੇ। ਮੈਂ ਮਾਸ਼ਾਅੱਲਾ ਹਰ ਹਫਤੇ ਬਾਅਦ ਇਹਨਾਂ ਨੇ ਪਾਰਲਰ ਜਾਣਾ ਹੁੰਦਾ, 30-35 ਹਜ਼ਾਰ ਰੁਪਇਆ ਲਾਉਂਦੇ ਨੇ, ਵੈਕਸ, ਸਟਿਕਿੰਗ, ਰਿਬੌਂਡਿੰਗ, ਉਸ ਤੋਂ ਬਾਅਦ ਇਹ ਜਿਹੜੇ ਮੁੱਛਾਂ ਦੇ ਵਾਲ, ਇਹਨਾਂ ਨੂੰ ਕੀ ਕਹੀਦਾ, ਅਪਰ ਲਿਪ, ਉਸ ਤੋਂ ਬਾਅਦ ਇਹ ਅੱਖਾਂ ਵਾਲੇ ਭਰਵਿੱਟੇ, ਆਈਬ੍ਰੋਜ਼, ਉਸ ਤੋਂ ਬਾਅਦ ਫੇਸ਼ੀਅਲ, ਮੈਨੀਕਿਉਰ, ਪੈਟੀਕਿਉਰ, ਸਾਰਾ ਕੁਝ ਕਰਵਾਉਂਦੇ ਨੇ। ਹਾਂ, ਤੇ ਇਹ ਚਲੋ ਮੈਂ 30-35 ਲਾਣਾ, ਤੇ ਮੇਰਾ ਬੰਦਿਆਂ ਨੂੰ ਮੈਸੇਜ ਹੈ ਕਿ 4-5 ਹਜ਼ਾਰ ਹੀ ਲਾ ਲਿਆ ਕਰੋ 8 ਦਿਨਾਂ ਬਾਅਦ, ਤੁਹਾਡੀ ਬੀਵੀ ਤੁਹਾਨੂੰ ਪਰੀ ਲੱਗੇਗੀ, ਕਿਸੇ ਹੋਰ ਵੱਲ ਵੇਖਣ ਦੀ ਲੋੜ ਹੀ ਨਹੀਂ। ਠੀਕ ਹੋ ਗਿਆ। ਅੱਛਾ, ਮੈਨੂੰ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਤੁਸੀਂ ਸਾਈਕਲ ਤੇ ਸੀ, ਇਹ ਮਹਿਰਾਨ ਤੇ ਆਉਂਦੇ ਸੀ, ਇਹ ਕਿ ਅਮੀਰ ਘਰ ਦੀ ਫੈਮਿਲੀ? ਉਦੋਂ ਮਹਿਰਾਨ ਇੰਝ ਹੁੰਦੀ ਸੀ ਜਿਵੇਂ ਅੱਜ ਦੇ ਦੌਰ 'ਚ ਤੁਸੀਂ ਕਹਿ ਲਓਗੇ GL ਲਈ। ਸਹੀ ਹੈ। ਤੇ ਕਿਸ ਤਰ੍ਹਾਂ ਲਵ ਹੋਇਆ? ਕਿਉਂਕਿ ਜਿਹੜੇ ਅਮੀਰ ਲੜਕੀਆਂ ਹੁੰਦੀਆਂ ਉਹ ਤਾਂ ਗਰੀਬ ਬੰਦੇ ਨੂੰ ਲਿਫਟ ਨਹੀਂ ਕਰਾਉਂਦੀਆਂ, ਤੁਹਾਡੇ ਹੱਥ ਕਿਵੇਂ ਆ ਗਈ? ਨਹੀਂ, ਹੱਥ ਬੜੀ ਸਟਰਗਲ ਕਰਨੀ ਪਈ ਮੈਨੂੰ, ਕਿ ਪਹਿਲੇ 3 ਦਿਨ ਮੈਂ ਗੁਲਾਬ ਦਾ ਫੁੱਲ ਲੈ ਕੇ ਜਾਂਦਾ ਰਿਹਾ, ਸਵੇਰ ਤੋਂ ਲੈ ਕੇ ਛੁੱਟੀ ਟਾਈਮ ਤੱਕ ਉਹ ਮੁਰਝਾ ਜਾਂਦਾ ਸੀ। ਫਿਰ ਚੌਥੇ ਦਿਨ 2 ਰੁਪਏ ਮਿਲਦੇ ਸੀ ਮੈਨੂੰ ਘਰੋਂ, ਤੇ ਫਿਰ ਚੌਥੇ ਦਿਨ ਮੈਂ ਪਲਾਸਟਿਕ ਦਾ ਲੈ ਲਿਆ 50 ਰੁਪਏ ਦਾ ਫੁੱਲ। ਮੈਂ ਕਿਹਾ ਯਾਰ ਖ਼ਰਾਬ ਨਹੀਂ ਹੋਏਗਾ, ਤੇ ਉਹ ਫਿਰ ਪਲਾਸਟਿਕ ਦਾ ਫੁੱਲ ਇਹਨਾਂ ਨੇ ਲਿਆ ਨਹੀਂ, ਮੈਨੂੰ ਥੱਪੜ ਰਸੀਦ ਕਰਤਾ। ਫਿਰ ਆਹਿਸਤਾ ਆਹਿਸਤਾ ਫਿਰ ਅੱਲਾ ਨੇ ਇਹਨਾਂ ਦੇ ਦਿਲ 'ਚ ਮੁਹੱਬਤ ਪਾ ਦਿੱਤੀ। ਥੋੜੀ ਜਾਨ ਨਾਲ ਜਾਨ ਨਹੀਂ ਹੈ ਜੀ, ਮੇਰੀ ਜਾਨ। ਫਿਰ ਆਹਿਸਤਾ ਆਹਿਸਤਾ ਅੱਲਾ ਪਾਕ ਨੇ ਇਹਨਾਂ ਦੇ ਦਿਲ 'ਚ ਮੁਹੱਬਤ ਪਾ ਦਿੱਤੀ, ਫਿਰ ਮੇਰੀ ਜ਼ਿੰਦਗੀ 'ਚ ਆਏ ਨੇ, ਤੇ ਫਿਰ ਅੱਲਾ ਪਾਕ ਦਾ ਫਜ਼ਲ ਹੀ ਹੁੰਦਾ ਗਿਆ। ਠੀਕ ਹੋ ਗਿਆ। ਤੇ ਕੋਈ ਘਰ ਵਾਲਿਆਂ ਨਾਲ ਕੋਈ ਇੰਸਟਰਕਸ਼ਨ ਹੁੰਦੀ ਨਾ, ਮਤਲਬ ਕੁੜੀ ਦੇ ਫੈਮਿਲੀ ਵਾਲੇ ਖਾਸ ਤੌਰ 'ਤੇ ਕਹਿੰਦੇ ਯਾਰ ਮੁੰਡਾ ਗਰੀਬ ਹੈ, ਕਰਦਾ ਕੁਛ ਨਹੀਂ, ਕਮਾਉਂਦਾ ਕੁਛ ਨਹੀਂ, ਸਾਡੀ ਧੀ ਰੁਲ ਜਾਏਗੀ, ਇਹੋ ਜਿਹੀ ਕੋਈ? ਬਿਲਕੁਲ ਹੋਈ ਸੀ ਜੀ। ਇਹਨਾਂ ਦੇ ਘਰਦਿਆਂ ਨੇ ਮੈਨੂੰ, ਇਹਨਾਂ ਮੇਰੇ ਸਾਲਿਆਂ ਨੇ 6 ਫਾਇਰ ਮਾਰੇ ਸੀ। ਉਹ ਤੁਹਾਡਾ ਸੀ? ਇਹ ਦੇਖੋ, ਇਹ ਵਾਲੇ। ਤੇ ਲੇਕਿਨ ਅੱਲਾ ਦਾ ਇਹਸਾਨ ਹੈ, ਹੁਣ ਸਾਰੇ ਪਿਆਰ ਕਰਦੇ ਨੇ। ਮੈਂ 1.5 ਸਾਲ ਹਸਪੀਟਲਾਈਜ਼ ਰਿਹਾ ਸਾਂ। ਸਹੀ। ਤੇ ਫਿਰ ਜਦੋਂ ਮੈਂ ਪਹਿਲੇ ਦਿਨ ਵਿਸਾਖੀਆਂ ਤੇ ਉੱਠਿਆ ਵਾਂ, ਤੇ ਮੈਂ ਇਹਨਾਂ ਦੇ ਘਰ ਦੇ ਬਾਹਰ ਚਲਾ ਗਿਆ। ਮੈਂ ਕਿਹਾ ਜਾਂ ਆਪਣੀ ਬੇਟੀ ਮੁਬਾਰਕ ਦੇ ਦਿਓ, ਤੇ ਜਾਂ ਫਿਰ ਹੁਣ ਮੈਨੂੰ ਕਬਰ 'ਚ ਪਹੁੰਚਾਓ, ਹੁਣ ਮੈਂ ਹਸਪਤਾਲ ਨਹੀਂ ਜਾਣਾ। ਠੀਕ ਹੋ ਤੇ ਉਹਨਾਂ ਨੂੰ ਤਰਸ ਆ ਗਿਆ, ਉਹਨਾਂ ਨੇ ਕਿਹਾ ਯਾਰ ਠੀਕ ਹੈ। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਅਰੇਂਜ ਮੈਰਿਜ ਹੋ ਗਈ? ਲਵ ਤੋਂ ਬਾਅਦ ਅਰੇਂਜ ਹੋ ਗਈ? ਨਹੀਂ, ਅਰੇਂਜ ਫਿਰ ਵੀ ਨਹੀਂ ਹੋਈ। ਉਹਨਾਂ ਕਿਹਾ ਜੀ ਅਸੀਂ ਅਰੇਂਜ, ਫਿਰ ਅਸੀਂ ਕੋਰਟ ਮੈਰਿਜ ਕਰ, ਉਹਨਾਂ ਨੇ ਇਜਾਜ਼ਤ ਦੇ ਦਿੱਤੀ। ਫਿਰ ਮੇਰੀ ਸਾਸੂ ਮਾਂ ਨਾਲ ਆਏ ਤੇ ਅਸੀਂ ਕੋਰਟ ਮੈਰਿਜ ਕਰ। ਠੀਕ ਹੋ ਗਿਆ। ਠੀਕ ਹੋ ਗਿਆ। ਅੱਛਾ ਸਰ, ਅਕਸਰ ਜਿਹੜਾ ਨਾ ਦੁਨੀਆ 'ਚ ਦੇਖਿਆ ਵੀ ਜਾਂਦਾ, ਮੰਨਿਆ ਵੀ ਇਹੀ ਜਾਂਦਾ ਕਿ ਜਦੋਂ ਤੱਕ ਇਨਸਾਨ ਨੂੰ ਕੋਈ ਚੀਜ਼ ਮਿਲਦੀ ਨਹੀਂ ਨਾ, ਉਦੋਂ ਤੱਕ ਉਹਦੀ ਬੜੀ ਕਦਰ ਹੁੰਦੀ, ਬੜੀ ਮੁਹੱਬਤ ਹੁੰਦੀ, ਉਹਦੇ ਨਾਲ ਉਹਦੀ ਚਾਹਤ ਹੁੰਦੀ ਹੈ। ਜਦੋਂ ਚੀਜ਼ ਮਿਲ ਜਾਂਦੀ ਹੈ ਨਾ, ਉਸ ਤੋਂ ਬਾਅਦ ਉਹਦੀ ਕਦਰ ਘੱਟ ਹੋ ਜਾਂਦੀ ਹੈ। ਇੱਥੇ ਮੈਂ ਉਲਟੇ ਸੀਨ ਦੇਖ ਰਿਹਾ। ਨਹੀਂ, ਉਹਦੀ ਵਜ੍ਹਾ ਹੈ ਕਿ ਜਿਹੜੀ ਚੀਜ਼ ਤੁਹਾਨੂੰ ਬਹੁਤ ਸਟਰਗਲ ਤੋਂ ਬਾਅਦ ਮਿਲਦੀ ਹੈ ਨਾ, ਉਹਦੀ ਕਦਰ ਹਮੇਸ਼ਾ ਰਹਿੰਦੀ ਹੈ। ਜਿਹੜੀ ਥੋੜੀ ਸਟਰਗਲ ਤੋਂ ਬਾਅਦ ਹਾਸਲ ਹੋ ਜਾਂਦੀ ਨਾ, ਉਹਦੀ ਕਦਰ ਨਹੀਂ ਹੁੰਦੀ। ਤੇ ਨਾਲੇ ਮੇਰਾ ਖਿਆਲ ਹੈ ਕਿ ਬੀਵੀ ਜਿਹੜੀ ਹੈ ਨਾ, ਉਹ ਦੁਨੀਆ ਦੀ ਸਭ ਤੋਂ ਅਜ਼ੀਮ ਨੇਮਤ ਹੈ, ਮਾਂ-ਬਾਪ ਤੋਂ ਬਾਅਦ। ਮਾਂ-ਬਾਪ ਪਹਿਲੇ ਨੇ, ਮਾਂ-ਬਾਪ ਨੇ ਸਾਨੂੰ ਪੈਦਾ ਕੀਤਾ। ਅਗਰ ਇਹ ਮੈਂ ਕਹਾਂ ਨਾ ਕਿ ਮਾਂ-ਬਾਪ ਅਰਸ਼ ਤੋਂ ਫਰਸ਼ 'ਤੇ ਲੈ ਕੇ ਆਉਂਦੇ ਨੇ, ਮਤਲਬ ਕਿ ਮਾਂ ਦੇ ਪੇਟ 'ਚ ਬੰਦਾ ਆਉਂਦਾ, ਅਰਸ਼ ਅੱਲਾਹ ਤਾਲਾ ਭੇਜਦਾ। ਤੇ ਅਗਰ ਔਰਤ ਤੁਹਾਨੂੰ ਅੱਛੀ ਮਿਲ ਜਾਵੇ ਨਾ, ਕੋਆਪਰੇਟਿਵ ਮਿਲ ਜਾਵੇ, ਤੇ ਇਹ ਤੁਹਾਨੂੰ ਫਿਰ ਫਰਸ਼ ਤੋਂ ਅਰਸ਼ 'ਤੇ, ਤਰੱਕੀ ਦੀ ਅਗਰ ਨਜ਼ਰ ਨਾ ਵੇਖੀਏ, ਤੇ ਇਹ ਫਿਰ ਫਰਸ਼ ਤੋਂ ਅਰਸ਼ 'ਤੇ ਲੈ ਜਾਂਦੀ। ਤਰੱਕੀ ਇੰਨੀ ਮਿਲ ਜਾਂਦੀ ਅਗਰ ਔਰਤ ਅੱਛੀ ਹੋਵੇ,
ਤੇ ਪਿਆਰ ਕਰਨ ਵਾਲੀ ਹੋਵੇ, ਘਰੋਂ ਬੰਦਾ ਟੈਨਸ਼ਨ ਫ੍ਰੀ ਹੋਵੇ। ਜਦੋਂ ਘਰ ਆਵਾਂ ਇਹੋ ਜੀ ਸੱਜੀ ਸਵਰੀ ਬੀਵੀ ਮਿਲੇ ਤੇ ਖੁਦਾ ਦੀ ਕਸਮ ਜੰਨਤ, ਰੂਹ ਖੁਸ਼ ਹੋ ਜਾਂਦੀ। ਰੂਹ ਖੁਸ਼ ਹੋ ਜਾਂਦਾ। ਤੇ ਸਾਡੇ ਇੱਥੇ ਇਹ ਵੇ ਕਿ ਸੁਬਾ ਬੁੱਢੀ ਨੂੰ 300 ਦੇ ਕੇ ਜਾਣਾ, ਇਹਦੇ ਚੋਂ ਬਾਲਾਂ ਦੀ ਚੀਜ਼ ਵੀ ਦੇ ਦੀ, ਸਕੂਲ ਦਾ ਖਰਚਾ ਵੀ ਦੇ ਦੀ, ਸਬਜ਼ੀ ਵੀ ਪਕਾ ਲਈ। ਤੇ ਜਦੋਂ 5 ਵਜੇ ਬੰਦਾ ਘਰ ਆਉਂਦਾ, ਬੁੱਢੀ ਕੋਲ 1.5 ਕਿਲੋ ਪਸੀਨੇ ਦੀ ਬੋ ਆ ਰਹੀ ਹੁੰਦੀ, ਤੇ ਫਿਰ ਜ਼ਹਿਰੀ ਗੱਲ ਹੈ ਕਿ ਤੁਹਾਨੂੰ ਬੁੱਢੀਆਂ ਭੈੜੀਆਂ ਹੀ ਲੱਗਣੀਆਂ ਨੇ। ਤੁਸੀਂ ਬੁੱਢੀਆਂ ਨੂੰ ਇੰਝ ਰੱਖੋ ਜਿਵੇਂ ਸ਼ਹਿਜ਼ਾਦੀਆਂ ਰੱਖੀ ਦੀਆਂ, ਤੇ ਸਾਡੇ ਮੁਆਸ਼ਰੇ ਦੇ ਵਿੱਚੋਂ ਬੜਾ ਇਨਕਲਾਬ ਆਏਗਾ। ਜਦੋਂ ਤੁਹਾਨੂੰ ਪਿਆਰ ਹੋ ਗਿਆ ਤੇ ਫਸਟ ਟਾਈਮ ਇਹਨਾਂ ਨੂੰ ਇਜ਼ਹਾਰ ਮੁਹੱਬਤ ਕੀਤਾ, ਇਹਨਾਂ ਦਾ ਕੀ ਰਿਐਕਸ਼ਨ ਸੀ? ਫਸਟ ਟਾਈਮ ਥੱਪੜ ਮਾਰਿਆ ਸੀ, ਅੱਛਾ ਕਿਉਂਕਿ ਮੈਂ ਸਾਈਕਲ ਤੇ ਸਾਂ, ਮਹਿਰਾਨ ਤੇ ਸੀ, ਤੇ ਕੋਈ ਕੰਬੀਨੇਸ਼ਨ ਨਹੀਂ ਸੀ ਬਣਦਾ। ਠੀਕ ਹੈ। ਮੈਨੂੰ ਉਦੋਂ ਘਰੋਂ 2 ਰੁਪਏ ਜਾਂ 5 ਰੁਪਏ ਮਿਲਦੇ ਸੀ। ਇਹ ਉਸ ਵਕਤ 버ਗਰ ਖਾਂਦੀ ਸੀ, ਚਿਕਨ, ਠੀਕ ਹੈ। ਤੇ ਮੈਂ ਸਿਗਰਟ ਮੰਗ ਕੇ ਪੀਣਾ ਸਾਂ। ਤੇ ਫਿਰ ਕਿੰਨੀ ਸਟਰਗਲ ਕਰਨੀ ਪਈ, ਕਿਸ ਤਰ੍ਹਾਂ ਮਨਾਇਆ ਇਹਨਾਂ ਨੇ? ਮੈਂ ਜੀ ਹਰ ਜੁਮੇਰਾਤ ਦਾਤਾ ਸਾਹਿਬ ਜਾਂਦਾ ਹੁੰਦਾ ਸਾਂ, ਅੱਛਾ। ਤੇ ਇਹ ਸਮਝ ਲਓ ਕਿ ਦਾਤਾ ਨੇ ਆਪਣਾ ਕਰਮ ਕਮਾਇਆ। ਮੰਨਤਾਂ ਮੁਰਾਦਾਂ ਨਾਲ ਮਿਲੀ। ਯਾਰ ਇਹ ਛੱਡ ਦਿਓ, ਗੱਲਾਂ ਕਰ ਲਓ, ਬਾਅਦ ਚ ਕਰ ਲੈਣਾ। ਨਹੀਂ ਭਾਣ, ਕਿਉਂ? ਇਹ ਮੇਰੀ ਡਿਊਟੀ ਹੈ। ਅੱਛਾ। ਇਹ ਮੈਂ ਤੁਹਾਡੇ ਸਾਹਮਣੇ, ਮੈਂ ਜਿੰਦਾ ਜਦੋਂ ਪੈਦਾ ਹੋਇਆ ਨਾ, ਮੈਂ ਇੱਕ ਬੁੱਤ ਸਾਂ। ਮੈਂ ਸਾਹ ਲੈਣਾ ਉਦੋਂ ਸ਼ੁਰੂ ਕੀਤੇ ਨੇ ਜਦੋਂ ਇਹ ਮੇਰੀ ਜ਼ਿੰਦਗੀ ਚ ਆਏ ਨੇ। ਫਿਰ ਭਾਜੀ ਮੇਰੇ ਇੱਕ ਦੋਸਤ ਨੇ ਕਿਹਾ ਕਿ ਆਮਰ ਭਾਈ ਮਟਨ ਦੇਖ ਦਿਓ ਦਾਤਾ ਸਾਹਿਬ। ਅੱਛਾ। ਫਿਰ ਜੀ ਮੈਂ ਪੈਸੇ ਜੋੜੇ ਥੋੜੇ ਥੋੜੇ ਕਰਕੇ। ਮੈਨੂੰ ਸ਼ੁਰੂ ਤੋਂ ਹੀ ਗਾਇਕੀ ਦਾ ਸ਼ੌਕ ਸੀ। ਅਲਹਮਦੁਲਿਲਾ ਅੱਜ ਮੇਰਾ ਇੱਕ ਮੁਕਾਮ ਹੈ ਫੋਕ ਸਿੰਗਿੰਗ ਦੇ ਵਿੱਚ। ਤੇ ਫਿਰ ਉਹ ਮੈਂ ਦੋਸਤਾਂ ਨੂੰ ਸਕੂਲ ਦੇ ਵਿੱਚ ਛੋਟੇ ਛੋਟੇ ਸ਼ੋਅ ਕੀਤੇ। ਉਸ ਵਕਤ ਯਾਨੀ ਕਿ 8000 ਰੁਪਏ ਇੱਕ ਬੜੀ ਅਹਿਮੀਅਤ ਦਾ ਅਮਲ ਹੁੰਦਾ ਸੀ। ਮੈਂ ਉਦੋਂ 8000 ਰੁਪਏ ਦੀ ਦੇਗ ਪਕਾਈ ਸੀ ਬਿਰਿਆਨੀ ਦੀ। ਜੀ ਮੇਰੀ ਇੰਸਟਰਕਸ਼ਨਸ ਵੀ ਸਾਥ ਆ ਰਹੀ ਹੈ। ਉਹ ਜੀ ਮੈਂ ਫਿਰ ਦਾਤਾ ਸਾਹਿਬ ਮਟਨ ਦੀ ਦੇਗ ਦਿੱਤੀ। ਫਿਰ ਅੱਲਾਹ पाक ने कोई ਇਹਨਾਂ ਦੇ ਦਿਲ 'ਚ ਤਰਸ पाता थे, फिर मिल गए। जब आपको इन्होंने पहली बार इजहार मोहब्बत किया था, क्या माइंड में था आपके कि ये क्या फुकरा ये इंसान मेरे पीछे पै गया? हाँ जी, बस चीचड़ सी पीछे ही पै गया। ਫਿਰ ਮੈਂ ਤਰਸ ਖਾ ਹੀ ਲਿਆ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਹੁਣ ਇੰਨੀ ਸਟਰਗਲ ਕਰਦੇ ਪਏ ਨੇ ਮੇਰੇ ਪਿੱਛੇ, ਤੇ ਕਾਫੀ ਯਤਨ ਇਹਨਾਂ ਨੇ ਕੀਤੇ ਸੀ ਮੈਨੂੰ ਪਸਾਉਣ ਵਾਸਤੇ, ਤੇ ਮੈਂ ਫਿਰ ਹਾਂ ਕਰ ਦਿੱਤੀ। ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਤਰਸ ਖਾਦਾ ਸੀ ਕਿ ਪਿਆਰ ਹੋ ਗਿਆ ਸੀ? ਨਹੀਂ, ਪਹਿਲੇ ਤਰਸ ਖਾਦਾ ਸੀ, ਪਿਆਰ ਬਾਅਦ ਚ ਹੋਇਆ ਸੀ। ਅੱਛਾ, ਪਿਆਰ ਬਾਅਦ ਚ ਹੋਇਆ। ਜਦੋਂ ਫੈਰ ਮਾਰੇ ਭਰਾਵਾਂ ਨੇ ਉਦੋਂ ਨਹੀਂ, ਉਸ ਤੋਂ ਪਹਿਲੇ ਹੀ ਹੋ ਗਿਆ ਸੀ। ਉਸ ਤੋਂ ਪਹਿਲੇ ਹੋ ਗਿਆ ਸੀ। ਠੀਕ ਹੋ ਗਿਆ। ਅੱਛਾ, ਮੈਨੂੰ ਦੱਸੋ ਕਿ ਇਹ ਮਤਲਬ ਸਾਰੇ ਲੱਤੇ ਘੁੱਟਦੇ ਰਹਿੰਦੇ ਕਿ ਹੋਰ ਕੰਮ ਵੀ ਕਰਦੇ ਜੀ? ਉਸ ਤੋਂ ਇਲਾਵਾ ਜੀ ਕੋਈ ਅਗਰ ਸਾਡੀ ਮੇਡ ਨਾ ਆਵੇ ਘਰ ਵਾਲੀ ਜਿਹੜੀ ਕੰਮ ਕਰਦੀ, ਤੇ ਫਿਰ ਜਿੰਨੇ ਘਰ ਦੇ ਕੰਮ ਹੁੰਦੇ ਨੇ ਉਹ ਮੈਂ ਆਪ ਕਰਨਾ। ਤੇ ਬੇਗਮ ਪਾ ਕੀ ਕਰਦੀ ਨੇ? ਬੇਗਮ ਪਾਕ ਮੋਬਾਈਲ ਯੂਜ਼ ਕਰ ਲਿਆ, ਵਾਈਫਾਈ ਲੱਗਾ, ਨੈਟ ਚਲਾ ਲਿਆ, YouTube ਦੇਖ ਲਈ, LCD ਉਹਦੇ ਤੇ ਵੀ ਨੈਟ ਲੱਗਾ, ਸਹੀ, ਉਹ ਦੇਖ ਲਈ। ਸਾਰਾ ਦਿਨ ਇਹੀ ਕੰਮ ਕਰਦੀ ਹਾਂ, ਪਾਰਲਰ ਚਲੇ ਗਏ ਜਾਂ ਉਹ ਪਾਰਲਰ ਵਾਲੀ ਘਰ ਆ ਕੇ ਮੈਨੀ ਪੈਡੀ ਕਰ ਜਾਂਦੀ ਹੈ। ਕਦੀ ਕਿਤੇ ਸਹੁਰਿਆਂ ਦਾ ਪ੍ਰੈਸ਼ਰ ਤਾਂ ਨਹੀਂ ਹੈਗਾ ਤੁਹਾਡੇ ਤੇ ਕਿ ਮੇਰੀ ਸਾਡੀ ਧੀ ਨੂੰ ਖੁਸ਼ ਰਹਿਣ, ਕੰਮ ਨਹੀਂ ਕਰਨ ਦੇਣਾ? नहीं, मेरी सासू माँ बहुत अच्छे ने। सासू मुबारक जी ने बहुत अच्छे। नाज़रीन, हमने कल एक वीडियो की थी जिसमें एक बंदा कह रहा था कि मोहतरमा बेगम पाक रहमतुल्लाह अलैह। ਇਹ ਭਾਵੇਂ ਨੇ ਮੇਰੇ ਅਲਫਾਜ਼ ਚੋਰੀ ਹੋਏ ਨੇ। अच्छा, ਤੁਹਾਡੇ ਅਲਫਾਜ਼? ਹਾਂ, ਬਿਲਕੁਲ ਮੇਰੇ ਅਲਫਾਜ਼ ਨੇ। ਦੇਖੋ, ਰਹਿਮਤੁल्लाह अलैह ਜਿਹੜਾ ਲਫ਼ਜ਼ ਹੈ ਨਾ, ਉਹ ਇੱਕ ਅਦਬ ਉਹ ਇਹਤਰਾਮ ਵਾਸਤੇ ਇਸਤੇਮਾਲ ਹੁੰਦਾ ਹੈ। ਜਿਵੇਂ ਕਾਇਦੇ ਆਜ਼ਮ ਰਹਿਮਤ ਪੀਰਾਂ ਵਾਸਤੇ ਇਸਤੇਮਾਲ ਹੁੰਦਾ ਹੈ। ਤੇ ਮੈਨੂੰ ਇੱਕ ਗੱਲ ਦੱਸੋ, ਪੀਰ ਕੌਣ ਹੁੰਦਾ ਹੈ? ਪੀਰ ਸਾਡਾ ਇੱਕ ਸਾਬਕਾ ਵਜ਼ੀਰ ਆਜ਼ਮ ਹੈ ਜਿੰਦਾ ਨਾਂ ਲੈਣ ਤੇ ਪਾਬੰਦੀ ਹੈ। ਉਹਦੇ ਪੀਰ ਸਾਹਿਬ ਨੇ ਪਿੰਕੀ ਪੀਰ ਨਹੀਂ ਕੀ ਉਹ ਔਰਤ ਨਹੀਂ? ਅਗਰ ਉਹਦਾ ਮੁਰਸ਼ਿਦ ਉਹਦੀ ਬੀਵੀ ਹੋ ਸਕਦਾ, ਤੇ ਸਾਡਾ ਮੁਰਸ਼ਿਦ ਤੁਹਾਨੂੰ ਮੰਨਣ ਲੱਗਿਆ ਤਕਲੀਫ ਹੁੰਦੀ ਹੈ? ਖਾਸ ਸਾਹਿਬ ਨਕਸ਼ੇ ਕਦਮ ਤੇ ਚੱਲ ਰਹੀ ਹੈ ਯਾਰ। ਉਹ ਲੀਡਰ ਆਦਮੀ ਹੈ, ਉਹਨੇ ਪਾਕਿਸਤਾਨ ਨੂੰ ਕ੍ਰਿਕਟ ਦਾ ਵਰਲਡ ਕੱਪ ਜਿੱਤ ਕੇ ਦਿੱਤਾ। ਸਹੀ। ਮੈਂ ਖਾਨ ਸਾਹਿਬ ਦਾ ਇੱਕ ਫੈਨ ਜ਼ਰੂਰ ਹਾਂ, ਲੇਕਿਨ ਮੈਨੂੰ ਉਹਨਾਂ ਦੀ ਸਿਆਸਤ ਅੱਛੀ ਨਹੀਂ ਲੱਗਦੀ। ਲੇਕਿਨ ਮੈਂ ਉਹਨਾਂ ਦਾ ਫੈਨ ਜਿਹੜਾ ਉਹ ਡਾਈ ਹਾਰਟ ਆ, ਮੈਨੂੰ ਬਹੁਤ ਅੱਛੇ ਲੱਗਦੇ। ਠੀਕ ਹੋ ਗਿਆ। ਚਲੋ, ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ। ਸਾਡੇ ਨਾਜ਼ਰੀਨ ਨੂੰ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਫੋਕ ਸਿੰਗਰ ਹੋ, ਤੇ ਕੋਈ ਗਾਣਾ ਤਾਂ ਸੁਣਾਓ। ਇਹ ਪੈਰ ਜਿਹੜਾ ਚੁੰਮਣ ਵਾਲਾ ਅਮਲ ਹੈ, ਸਿਰਫ ਪੈਰਾਂ ਦੀ ਹੱਦ ਤੱਕ ਹੀ ਹੈ ਨਾ ਭਾਈ ਨਾ, ਇਹ ਵੇਖੋ ਨਾ ਇੰਜ। ਉਹ ਬਸ ਬਕਾਇਆ, ਉਹ ਬਕਾਇਆ ਬੰਦ ਕਮਰੇ। ਠੀਕ। ਉਹ ਨਹੀਂ ਉਹ ਯਾਰ ਬਕਾਇਆ ਨਹੀਂ, ਤੁਸੀਂ ਸਰਦੀਆਂ ਆ ਗਈਆਂ, ਕੁਆਰਿਆਂ ਨੂੰ ਮਰਨ ਦਿਓ। ਉਹ ਯਾਰ ਤਰਸੀ ਕੌਮ ਸਾਰੇ ਰਣਵੜੀ। ਉਹ ਮਾਮਾ ਇੱਥੋਂ ਕੁੱਟਣਾ ਸ਼ੁਰੂ ਕਰੋਗੇ ਤੇ ਉੱਤੇ ਜਾਓਗੇ ਨਾ, ਤੁਸੀਂ ਆਂਦਿਆਂ ਨਾਲ ਡਾਇਰੈਕਟ ਜਾਨ ਚੁੰਮੀ ਦੇ, ਨਾ ਕੋਈ ਰੁਪਈਆ ਵਹਾਣਾ ਨਾ ਧੇਲਾ ਵਹਾਣਾ। ਇਹ ਤੁਹਾਡੀ ਜੇਬ 'ਚ ਵੇਖੋ ਨਾ, ਇੰਜ ਜੇਬ ਤੁਸੀਂ ਖੋਲ੍ਹਣੀ ਹੈ, ਇਹ ਜੇਬ 'ਚ ਇੰਜ ਨੋਟ ਹੋਣ ਹੈ, ਇਹ ਲਿਆ ਕੇ ਇੰਜ ਤੁਸੀਂ ਇੰਜ ਫੜਾਓ, ਫਿਰ ਇੱਥੋਂ ਚੁੰਮਣਾ ਸ਼ੁਰੂ ਕਰੋ ਤੇ ਉੱਤੇ ਜਾਓ। ਇਹ ਚਿਹਰੇ ਦੀ ਮੁਸਕਰਾਹਟ ਵੇਖੋ, ਇਹਦੇ 'ਚ ਕਿਹੜੀ ਰਣਮਰੀਦੀ? ਘੁੱਟੋ ਨਾਲ ਗੱਲਾਂ ਹੀ ਕਰੀ ਜਾਂਦੇ। ਇਹ ਤੇ ਮੇਰੇ ਤਾਨਾ ਦਿੰਦੇ ਹੋ। ਮੈਂ ਤੁਸੀਂ ਸਾਰਾ ਦਿਨ ਵਿਹਲੇ ਲੈ ਕੇ ਥੱਕ ਜਾਂਦੇ, ਬਾਬੇ ਲੱਤੇ ਘੁੱਟਣ ਦਾ ਕਹੀ ਜਾ ਰਹੀ ਹੈ। ਮੈਂ ਥੱਕ ਜਾਨੀ ਹਾਂ, ਵਾਕਈ ਵੇਲਾ ਰਹਿ ਕੇ ਥੱਕ ਜਾਨੀ ਹਾਂ। ਅੱਛਾ, ਮੈਨੂੰ ਗੱਲ ਸੁਣ। ਮੇਰਾ ਇਹ ਇਹਨਾਂ ਦਾ ਪਿਆਰ ਹੈ, ਮੈਨੂੰ ਅੱਛਾ ਲੱਗਦਾ ਜਦੋਂ ਮੇਰੀਆਂ ਲੱਤਾਂ ਦਬਾਉਂਦੇ ਨੇ। ਪਹਿਲੀ ਔਰਤ ਮੈਂ ਦੇਖੀ ਜਿਹਨੂੰ ਲੱਤਾਂ ਘਟਾਉਣਾ ਅੱਛਾ ਲੱਗ ਰਿਹਾ, ਉਹ ਪੈਰ ਚੁਮਾਉਣਾ ਅੱਛਾ ਲੱਗ ਰਿਹਾ। ਅੱਛਾ, ਮੈਨੂੰ ਦੱਸੋ ਕਿ ਜਦੋਂ ਇਹਨਾਂ ਨੇ ਤੁਹਾਨੂੰ ਇਜ਼ਹਾਰ ਕੀਤਾ ਇਜ਼ਹਾਰ ਮੁਹੱਬਤ ਕੀਤਾ ਹੈ, ਤੁਹਾਨੂੰ ਇਹਨਾਂ 'ਚ ਕਿਹੜੀ ਚੀਜ਼ ਪਸੰਦ ਆਈ ਸੀ? ਮੈਨੂੰ ਇਹਨਾਂ ਦੀਆਂ ਮੁੱਛਾਂ ਬਹੁਤ ਅੱਛੀਆਂ ਲੱਗੀਆਂ ਸੀ। ਉਦੋਂ ਇਹਨਾਂ ਦੀਆਂ ਮੁੱਛਾਂ ਵੱਡੀਆਂ ਵੱਡੀਆਂ ਸੀ ਤੇ ਬੜੇ ਗ੍ਰੇਸਫੁਲ ਸੀ। ਉਦੋਂ ਵਾਲ ਸ਼ਾਲ ਵੀ ਆਇਆ ਸੀ, ਸਾਰਾ ਕੁਝ ਠੀਕ ਸੀ।
ਪਰ ਹੁਣ ਥੋੜੇ ਜਿਹੇ ਅੱਗੋਂ ਖਤਮ ਹੋ ਗਏ ਨੇ। ਇਹ ਕਿੱਧਰ ਗਏ ਨੇ ਵਾਲ ਹੁਣ ਜਿਹੜੇ ਨੇ? ਇਹ ਮੈਂ ਚੁੰਮੀਆਂ ਲੈ ਲੈ ਕੇ ਖਤਮ ਕਰ ਦਿੱਤੇ ਨੇ। ਚੁੰਮੀਆਂ ਦੇ ਨਾਲ ਵਾਲ ਵੀ ਖਾ ਗਏ ਜਾਂਦੇ। ਚਲੋ ਭਾਜੀ ਕੋਈ ਪਰਦਾ ਰਹਿਣ ਦਿਓ, ਤੁਸੀਂ ਸੁਣਨਾ ਚਾਹੁੰਦੇ ਜੇ ਕਿ ਯਾਰ, ਮੈਂ ਮੈਨੂੰ ਵੇਖਣਾ ਪੈ ਪੈ ਕੇ ਖਤਮ ਹੋਏ ਨੇ ਜਾਂ ਜੁੱਤੀਆਂ ਖਾ ਖਾ ਕੇ ਰਹਿਣ ਦਿਓ ਯਾਰ। ਮੈਂ ਇੱਕ ਸੈਲੀਬ੍ਰਿਟੀ ਆ, ਫੋਕ ਸਿੰਗਰ ਆ। ਮੈਂ ਤੇ ਚਿੱਤਰ ਤੁਸੀਂ ਕੀ ਸੁਣਨਾ ਮੈਂ ਤਾਂ ਗੱਲ ਨਹੀਂ ਕੀਤੀ। ਮੈਂ ਤਾਂ ਤਾਂ ਵੀ ਘੁੱਟਣਾ ਗੱਲਾਂ ਮੂੰਹ ਨਾਲ ਹੁੰਦੀਆਂ ਨੇ, ਪੈਰਾਂ ਨਾਲ ਨਹੀਂ, ਹੱਥਾਂ ਨਾਲ ਨਹੀਂ ਹੁੰਦੀਆਂ। ਜੀ ਮੇਰੀ ਜਾਨ, ਨਾਜ਼ਰੀਨ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਤੇ ਇਸ ਤੋਂ ਪਹਿਲੇ ਕਿ ਜਿਹਨਾਂ ਦਾ ਕੰਮ ਅੱਗੇ ਜਾਵੇ, ਮੇਰਾ ਖਿਆਲ ਨਾਲ ਕੋਈ ਗਾਣਾ ਸੁਣਨਾ ਚਾਹੀਦਾ। ਸਰ ਗਾਣਾ ਸੁਣਾ ਦਿਓ ਸਾਨੂੰ ਕੋਈ। ਜੀ ਗਾਣਾ ਬਿਲਕੁਲ ਸੁਣਾਉਂਦੇ ਆ। ਇਹ ਮੇਰਾ ਆਪਣਾ ਹੀ ਗਾਣਾ ਹੈ, ਥਰ ਪ੍ਰੋਡਕਸ਼ਨ ਤੋਂ ਰਿਲੀਜ਼ ਹੋਇਆ ਸੀ। ਠੀਕ ਹੈ। ਇੱਕ ਦੂਜੇ ਨੂੰ ਮੁੰਦਰੀ ਪਾਈਏ ਤੂੰ ਤੇ ਮੈਂ, ਆ ਜਾ ਪੱਕੀਆਂ ਪੱਕੀਆਂ ਲਾਈਏ ਤੂੰ ਤੇ ਮੈਂ। ਇੱਕ ਦੂਜੇ ਨੂੰ ਮੁੰਦਰੀ ਪਾਈਏ ਤੂੰ ਤੇ ਮੈਂ, ਆ ਜਾ ਪੱਕੀਆਂ ਪੱਕੀਆਂ ਲਾਈਏ ਤੂੰ ਤੇ ਮੈਂ। ਕੱਲੇ ਦੋਵੇਂ ਕਸ਼ਮੀਰ ਦਾ ਟੂਰ ਕਰਕੇ ਆਈਏ ਤੂੰ ਤੇ ਮੈਂ, ਵਿੱਚ ਪਹਾੜਾਂ ਦੇ ਸੈਲਫੀਆਂ ਲੁਹਾਈਏ ਤੂੰ ਤੇ ਮੈਂ। ਚੰਗੇ ਚੰਗੇ WhatsApp ਸਟੇਟਸ ਲਾਈਏ ਤੂੰ ਤੇ ਮੈਂ, ਸਾਰੇ ਹੀ ਸ਼ਰੀਕ ਸੜਾਈਏ ਤੂੰ ਤੇ ਮੈਂ। ਇੱਕ ਦੂਜੇ ਨੂੰ ਮੁੰਦਰੀ ਪਾਈਏ ਤੂੰ ਤੇ ਮੈਂ, ਆ ਜਾ ਪੱਕੀਆਂ ਪੱਕੀਆਂ ਲਾਈਏ ਤੂੰ ਤੇ ਮੈਂ। ਇਹ ਸਿਰਫ ਗਾਣੇ ਦੀ ਹੱਦ ਤੱਕ ਹੈ, ਕਿਤੇ ਲੈ ਕੇ ਵੀ ਗਿਆ ਇਹ ਬੇਗਮ ਰਾਤ ਨੂੰ? ਨਹੀਂ ਅਲਹਮਦੁਲਿਲਾ, ਮੈਂ ਪਿੱਛੇ ਜਾ ਕੇ ਦੁਬਈ ਦਾ ਟੂਰ ਕਰਕੇ ਆਇਆ, ਮੇਰੇ ਬੱਚੇ ਮੇਰੇ ਨਾਲ ਸੀ। ਮੈਂ ਇੱਥੋਂ ਚੁੰਗੀ ਦਾ ਮੈਂ ਰਾਸ਼ੀ ਹਾਂ, ਤੇ ਅਗਰ ਮੈਂ ਇੱਥੋਂ ਚੁੰਗੀ ਤੇ ਵੀ ਜਾਣਾ ਨਾ ਸਟਾਪ ਤੇ ਮੇਰੀ ਕੋਸ਼ਿਸ਼ ਹੁੰਦੀ ਕਿ ਮੇਰੀ ਜਾਨ ਮੇਰੇ ਨਾਲ ਹੋਵੇ, ਤੇ ਆਊਟ ਆਫ ਕੰਟਰੀ ਤੇ ਮੈਂ ਜਦੋਂ ਵੀ ਜਾਣਾ ਮੇਰੀ ਜਾਨ ਮੇਰੇ ਨਾਲ। ਕਦੀ ਤਾਂ ਐਸਾ ਮੌਕਾ ਆ ਜਾਂਦਾ ਤੁਸੀਂ ਮਤਲਬ ਦੂਰ ਦਰਾਜ਼ ਫੰਕਸ਼ਨ ਤੇ ਚਲੇ ਗਏ ਹੋ ਜਾਂ ਵੈਸੇ ਕਿਤੇ ਟੂਰ ਤੇ ਗਏ ਜੇ, ਠੀਕ ਹੈ, ਉਹਦੇ ਤੁਸੀਂ ਮਤਲਬ ਘਰ ਨਹੀਂ ਪਹੁੰਚ ਸਕਦੇ, ਬੇਗਮ ਪਾਕ ਉਸ ਟਾਈਮ ਨਾਲ ਨਹੀਂ ਹੈ, ਤੁਹਾਨੂੰ ਬਹੁਤ ਤਲਬ ਹੋ ਰਹੀ ਹੈ, ਬਹੁਤ ਯਾਦ ਆ ਰਹੀ, ਫਿਰ ਕੀ ਕਰਦੇ ਜੀ? ਮੇਰਾ ਜਾਨ ਮੇਰਾ ਮੋਬਾਈਲ ਪਕੜੋ ਜ਼ਰਾ। ਮੋਬਾਈਲ ਦੇ ਜਿਹੜਾ ਪਿੱਛੇ ਪਾਊਚ ਹੈ ਨਾ, ਉਹਦੇ ਤੇ ਵੀ ਮੇਰੀ ਜਾਨ ਦੀ ਤਸਵੀਰ ਹੈ। ਔਰ ਇਹ ਵੇਖੋ ਇਹ ਲੋਕਟ ਹੈ ਜਿਹੜਾ, ਇਹਦੇ ਤੇ ਵੀ ਇਹਨਾਂ ਦੀ ਤਸਵੀਰ ਹੈ। ਉਹ ਖੈਰ। ਔਰ ਇਸ ਤਰ੍ਹਾਂ ਕਦੀ ਹੋ ਨਹੀਂ ਸਕਦਾ ਕਿ ਮੈਂ ਰਾਤ ਨੂੰ ਘਰ ਨਾ ਪਹੁੰਚਾਂ, ਅੱਲਾ ਵੱਲੋਂ ਕੋਈ ਮਸਲਾ ਨਾ ਬਣ ਜਾਏ, ਲੇਕਿਨ ਮੈਂ ਭਾਵੇਂ ਸਵੇਰ 4 ਵਜੇ ਕਿਉਂ ਨਾ ਪਹੁੰਚਾਂ, ਮੈਂ ਘਰ ਪਹੁੰਚਣਾ ਹੁੰਦਾ। ਨਾ ਪਹੁੰਚੇ ਜਾਵੇ ਫਿਰ ਮੋਬਾਈਲ ਤੇ ਲੋਕਟ ਚੁੰਮਦੇ ਰਹਿੰਦੇ। ਇਹ ਵੇਖੋ ਇਹ ਮੈਂ ਆਪਣੀ ਜਾਨ ਦੀ ਤਸਵੀਰ ਵੇਖਦਾ ਰਹਿਣਾ। ਉਸ ਤੋਂ ਬਾਅਦ ਗੱਲ ਦੇ ਵਿੱਚ ਵੀ ਹੈ, ਹੁਣ ਇਹਨੂੰ ਤੁਸੀਂ ਪਿਆਰ ਕਹਿ ਲਓ, ਪਟਾ ਕਹਿ ਲਓ, ਲੇਕਿਨ ਜਿਹੜੇ ਬਿਨ ਮੁਰਸ਼ਿਦਾਂ ਦੇ ਹੁੰਦੇ ਨੇ ਨਾ, ਇੱਥੇ ਬਿਨਾਂ ਪਟੇ ਤੋਂ ਕੋਈ ਜਾਨਵਰ ਗਲੀ 'ਚ ਫਿਰਦਾ ਹੋਵੇ ਨਾ, ਤਾਂ ਲੋਕ ਉਹਨੂੰ ਵੀ ਵੱਟਾ ਮਾਰਦੇ ਨੇ, ਤੇ ਜਿਨ੍ਹਾਂ ਦਾ ਕੋਈ ਮੁਰਸ਼ਿਦ ਹੁੰਦਾ ਹੈ, ਜਿਨ੍ਹਾਂ ਪਿੱਛੇ ਕੋਈ ਦੁਆ ਕਰਨ ਵਾਲਾ ਹੁੰਦਾ ਹੈ, ਉਹ ਕਿਸੇ ਦਰ ਤੇ ਵੀ ਰੁਲਦੇ ਨਹੀਂ। ਯਾਨੀ ਕਿ ਤੁਸੀਂ ਇਹਨਾਂ ਨੂੰ ਮੁਰਸ਼ਿਦ ਹੀ ਬਣਾ ਲਿਆ ਆਪਣਾ। ਯਾਰ ਮੁਰਸ਼ਿਦ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਅੱਛਾ ਰਾਹ ਦਿਖਾਵੇ, ਸਹੀ, ਜਿਹੜਾ ਤੁਹਾਨੂੰ ਅੱਛਾ ਮੋਟੀਵੇਟ ਕਰੇ। ਠੀਕ ਹੋ ਗਿਆ। ਠੀਕ ਹੈ ਨਾ। ਮੁਰਸ਼ਿਦ ਉਹ ਨਹੀਂ ਕਿ ਤੁਸੀਂ ਮੁਰਸ਼ਿਦ ਨੂੰ ਚੰਦੇ ਪਾਈ ਜਾਓ ਤੇ ਤੁਸੀਂ ਚੰਦੇ ਪਾ ਕੇ ਸਾਈਕਲ ਤੇ ਆ ਜਾਓ ਤੇ ਮੁਰਸ਼ਿਦ V8 ਤੇ ਆ ਜਾਵੇ। ਮੁਰਸ਼ਿਦ ਇੰਜ ਦੇ ਹੁੰਦੇ ਨੇ ਕਿ ਜਿਹੜੇ ਹਰ ਟਾਈਮ ਤੁਹਾਡੇ ਵੇਖ ਰੂਹ ਖੁਸ਼ ਹੁੰਦੀ ਰਵੇ ਔਰ ਤੁਹਾਨੂੰ ਅੱਛੇ ਮਸ਼ਵਰੇ ਦੇਣ। ਠੀਕ ਹੋ ਗਿਆ। ਜਦ ਸਾਡੇ ਨਾਜ਼ਰੀਨ ਨੂੰ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਸਿਰਫ ਇਹ ਹੀ ਦੇਣਾ ਚਾਹਾਂਗਾ ਕਿ ਬਿਲਕੁਲ ਆਪਣੇ ਮਾਂ-ਬਾਪ ਦੀ ਬਹੁਤ ਜ਼ਿਆਦਾ ਖਿਦਮਤ ਕਰੋ। ਉਹਨਾਂ ਦੀਆਂ ਦੁਆਵਾਂ ਨਾਲ ਬਹੁਤ ਕੁਝ ਮਿਲਦਾ ਹੈ, ਸਾਰਾ ਕੁਝ ਹੀ ਮਾਂ-ਬਾਪ ਦੀਆਂ ਦੁਆਵਾਂ ਨਾਲ ਮਿਲਦਾ ਹੈ, ਲੇਕਿਨ ਬੀਵੀ ਦੀ ਵੀ ਖਿਦਮਤ ਕਰੋ, ਪਿਆਰ ਕਰੋ। ਜਿਸ ਤਰ੍ਹਾਂ ਤੁਹਾਡੀ ਮਾਂ ਦੇ ਕਦਮਾਂ 'ਚ ਜੰਨਤ ਹੈ, ਤੁਹਾਡੀ ਬੀਵੀ ਦੇ ਕਦਮਾਂ 'ਚ ਵੀ ਜੰਨਤ ਹੈ, ਉਹ ਤੁਹਾਡੇ ਬੱਚਿਆਂ ਲਈ ਹੈ। ਲੇਕਿਨ ਜੰਨਤ ਤੇ ਹੈ ਨਾ, ਅੱਲਾਹ ਤਾਲਾ ਨੇ ਔਰਤ ਦਾ ਮੁਕਾਮ ਬੁਲੰਦ ਕੀਤਾ ਹੈ, ਅੱਲਾਹ ਦੇ ਨਬੀ ਨੇ ਔਰਤ ਦਾ ਮੁਕਾਮ ਬੁਲੰਦ ਕੀਤਾ ਸੱਲੱਲਾਹੁ ਅਲੈਹਿ ਵਸੱਲਮ। ਤੇ ਇਹ ਸਾਡੇ ਦੀਨ ਨੇ ਜਦੋਂ ਫਰਮਾਤਾ ਹੈ ਕਿ ਔਰਤ ਦਾ ਮੁਕਾਮ ਹੈ। ਵੇਖੋ ਇਸਲਾਮ ਤੋਂ ਪਹਿਲੇ ਔਰਤਾਂ ਨੂੰ ਜ਼ਿੰਦਾ ਦਫਨ ਕਰਤਾ ਜਾਂਦਾ ਸੀ। ਤੇ ਇਹ ਕੋਈ ਮੈਂ ਵਿਊਜ਼ ਵਾਲਾ ਚੱਕਰ ਨਹੀਂ। ਅਲਹਮਦੁਲਿਲਾ ਮੇਰਾ YouTube ਤੇ ਜਾ ਕੇ ਸਰਚ ਕਰੋ, ਮੇਰੇ ਗਾਣੇ ਅੱਗੇ ਵੀ ਮਿਲੀਅਨਸ ਤੇ ਪਏ ਨੇ। ਤੇ ਇਹ ਕੋਈ ਮੈਨੂੰ ਵਿਊਜ਼ ਦਾ ਔਰ ਮੇਰਾ ਕੋਈ ਸਾਰਾ ਕੁਝ ਜੈਨੂਇਨ ਹੀ ਹੈ, ਜੈਨੂਇਨ ਹੀ ਹੈ। ਤੇ ਇਹ ਇੱਕ ਪੋਜ਼ਿਟਿਵ ਮੈਸੇਜ ਹੈ। ਇਹ ਮੇਰਾ ਇੱਕ ਦੋਸਤ ਹੈ ਆਸ਼ਿਫ ਚੌਧਰੀ, ਉਹ ਚੰਦ ਦਿਨ ਪਹਿਲੇ ਮੇਰੇ ਘਰ ਆਇਆ। ਉਹਨੇ ਇੱਕ ਇਸ ਤਰ੍ਹਾਂ ਸੀ ਰੈਂਡਮਲੀ ਬੈਠੇ ਸਾਂ ਤੇ ਐਨਜੀ ਉਹਨੇ ਇੱਕ ਸਟੇਟਸ ਲਾਤਾ। ਉਹਦੇ ਤੋਂ ਬਾਅਦ ਤੁਹਾਡੇ ਵਰਗੇ ਭਰਾਵਾਂ ਦਾ ਆਉਣਾ ਸ਼ੁਰੂ ਹੋ ਗਿਆ। ਇਹ ਮੇਰੇ ਬਿਲਕੁਲ ਘਰ ਦਾ ਮਾਹੌਲ ਹੈ, ਉਹ ਤੁਸੀਂ ਵੀ ਵੇਖ ਰਹੇ ਹੋ। 14 ਸਾਲ ਤੁਹਾਡੀ ਸ਼ਾਦੀ ਨੂੰ ਹੋ ਗਈ, 14 ਸਾਲ ਇੰਜ ਹੀ ਗੁਜ਼ਰ ਗਏ ਨੇ। ਯਾਰ ਪਿਆਰ ਮੁਹੱਬਤ ਨਾਲ ਜਿਹੜਾ ਟਾਈਮ ਗੁਜ਼ਰ ਜਾਵੇ ਉਹ ਹੀ ਬਿਹਤਰ ਹੈ। ਲੜਾਈ ਝਗੜੇ ਕਿਚ ਬੋਲ ਕੇ ਜੋ ਸਿਰ 'ਚ ਫਰਾਈ ਪੈਨ ਖਾਣਾ ਜਾਂ ਕੋਈ ਫਰਾਈ ਪੈਨ ਖਾਣਾ ਹੈ, ਉਸ ਤੋਂ ਬਾਅਦ ਉਹ ਵੇਲਣਾ ਖਾਣਾ ਹੈ, ਔਰ ਐਂਡ ਤੇ ਆ ਜਾ ਕੇ ਮਾਫੀ ਫਿਰ ਆਪ ਹੀ ਮੰਗਣੀ। ਤੇ ਗਲਤੀ ਤੇ ਲੱਦੀ ਹੁੰਦੀ ਨਹੀਂ ਭਾਵੇਂ ਗਲਤੀ ਅਸੀਂ ਸੋਚ ਹੀ ਨਹੀਂ ਸਕਦੇ। ਇਹ ਤੁਸੀਂ ਵੀ ਮੰਨੋਗੇ ਕਿ ਐਂਡ ਤੇ ਪੈਰ ਤੁਸੀਂ ਘੁੱਟਦੇ ਜੇ, ਤੇ ਫਿਰ ਇੱਥੇ ਐਵੇਂ ਤਾਂ ਸ਼ੋਹੇ ਕਿਉਂ ਬਣਦਾ? ਮੈਂ ਤਾਂ ਨਹੀਂ ਘੁੱਟਦਾ, ਮੈਂ ਸਾਰੀ ਜ਼ਿੰਦਗੀ ਨਹੀਂ ਘੁੱਟੇ ਪੈਰ ਭਾਵੇਂ।
ਉਹ ਚਲੋ ਪੈਰ ਨਹੀਂ ਘੁੱਟੇ ਠੁੱਡੇ ਤੇ ਖਾਂਦੇ ਹੀ ਜੇ ਨਾ ਕੁਛ ਤੇ ਕਰਦੇ ਹੀ ਹੋ ਨਾ। ਅੱਲਾ ਦੇ ਹੁਕਮ ਨਾਲ ਚਾਰ ਦੀਵਾਰੀ ਦੇ ਵਿੱਚ ਹਰ ਬੰਦੇ ਦਾ ਇਹ ਹਾਲ ਹੈ, ਲੇਕਿਨ ਇਹ ਕਿ ਮੈਂ ਬਸ ਉਹ ਜ਼ਰਾ ਵਾਇਰਲ ਹੋ ਗਿਆ ਤੁਹਾਡੇ ਵਰਗੇ ਭਰਾਵਾਂ ਦੀ ਵਜ੍ਹਾ ਤੋਂ। ਉਹ ਅੱਲਾ ਭਲਾ ਕਰੇ ਆਸ਼ਿਫ ਚੌਧਰੀ ਦਾ ਜਿਹਨੇ ਮੇਰਾ ਸਟੇਟਸ ਲਾਤਾ। ਬਾਕੀ ਐਸਾ ਕੋਈ ਮਸਲਾ ਨਹੀਂ, ਹਰ ਬੰਦਾ ਚਾਰ ਦੀਵਾਰੀ ਦੇ ਅੰਦਰ ਰਾਤ 8-9 ਵਜੇ ਤੋਂ ਬਾਅਦ ਇਹੀ ਕੰਮ करता ठीक है ना? है। किसी हद तक ये बात सही है इनकी। हाँ जी, आपको इसलिए मैसेज सारी सही है। अच्छा ठीक हो गया, आपको मैसेज देना चाहेंगी थोड़ा clear? मैं यही कहती हूँ कि जितने भी लोग मुझे देख रहे हैं एक दूसरे से प्यार मोहब्बत के साथ रहें और जो है ना उनकी ज़िंदगी खुशहाल गुजरेगी बस। कभी लड़ाई होती है आपकी? हाँ कभी कभी हो जाती है। किस बात से? ये काम जल्दी ना करें तो। नहीं मैं ਦੱਸਣਾ ਜਦੋਂ ਇਸ ਤੋਂ ਹਟ ਕੇ ਵੀ ਕੋਈ ਗੱਲ ਕਰ ਲਓ। ਨਹੀਂ ਗੱਲ ਪਤਾ ਕੀ ਹੈ, ਜਦੋਂ ਲੜਾਈ ਹੁੰਦੀ ਨਾ ਇਹ ਕਹਿੰਦੀ ਬੜੇ ਦਿਨ ਹੋ ਗਏ ਨੇ ਮੇਰਾ ਨਾ ਦਿਮਾਗ ਖਰਾਬ ਹੋ ਰਿਹਾ, ਮੈਂ ਤੇਰੇ ਨਾਲ ਲੜਨੀ ਆ ਤੇ ਤੂੰ ਅੱਗੋਂ ਮੈਨੂੰ ਪੁੱਠੇ ਜਵਾਬ ਦੇ ਤੇ ਮੈਂ ਕਹਿੰਦਾ ਜਾਨ ਮੇਰੀ ਇੰਨੀ ਜ਼ਰੂਰਤ ਹੀ ਨਹੀਂ। ਕਹਿੰਦੀ ਨਹੀਂ ਤੂੰ ਐਵੇਂ ਮੇਰਾ ਦਿਲ ਕਰ ਰਿਹਾ ਲੜਾਈ ਕਰਨ ਤੇ, ਮੇਰਾ ਦਿਲ ਕਰ ਰਿਹਾ ਤੇ ਫਿਰ ਮੈਂ ਇਹਨਾਂ ਦੀ ਫਾਰਮੈਲਿਟੀ ਪੂਰੀ ਕਰਨ ਵਾਸਤੇ। ਵੈਸੇ ਮੇਰੀ ਔਕਾਤ ਨਹੀਂ ਕਿ ਅੱਛਾ ਕਦੀ ਨਾਰਾਜ਼ ਹੋ ਜਾਣ ਜਾਂ ਲੜਦੇ ਮਨਾਉਂਦੇ ਕਿਸ ਤਰ੍ਹਾਂ? ਅੱਲਾ ਦਾ ਸ਼ੁਕਰ ਹੈ ਕਿ 14 ਸਾਲਾਂ 'ਚ ਕੋਈ ਬਹੁਤ ਵੱਡੀ ਨੌਬਤ ਆਈ ਨਹੀਂ। ਇਹ ਬਿਲਕੁਲ ਕਸਮੀਆਂ ਗੱਲ ਕਰ ਸਕਣਾ ਕਿ ਮੇਰੀ ਬੀਵੀ 14 ਸਾਲ 'ਚ ਮੇਰੇ ਘਰੋਂ ਇੱਕ ਦਿਨ ਵੀ ਰੁੱਸ ਕੇ ਨਹੀਂ ਗਈ। ਮਾਸ਼ਾਅੱਲਾ। ਠੀਕ ਹੈ। ਔਰ ਬਾਕੀ ਇਹ ਪਿਆਰ ਮੁਹੱਬਤ ਹੈ ਤੇ ਅਗਰ ਕਦੀ ਕੋਈ ਮਾੜਾ ਮੋਟਾ ਨਾਰਾਜ਼ ਹੋ ਵੀ ਜਾਣ ਤੇ ਮੈਂ ਕਹਿੰਦਾ ਚੱਲ ਜਾਨ ਬਾਹਰ ਕੋਈ ਚੀਜ਼ ਖਾ ਕੇ ਆਉਂਦੇ ਹਾਂ, ਇੰਝ ਹੀ ਸ਼ੁਗਲ ਮੇਲੇ 'ਚ बस। ठीक हो गया। चलो नाज़रीन वीडियो बहुत ज़्यादा लंबी हो गई है और मैं चाह रहा था कि एक दो तरीके भी ना कोई पूछे जान बीवी ਨੂੰ खुश रखन दे या बीवी ਨੂੰ ਮਨਾਉਣ ਦੇ ਤੇ ਮੇਰਾ ਖਿਆਲ ਹੈ ਕਿ ਨੈਕਸਟ ਟਾਈਮ ਤੇ ਪਾੜ ਦਿੰਨੇ ਆ ਔਰ ਸਾਡੀ ਦੁਆਵਾਂ ਤੁਹਾਡੇ ਨਾਲ ਨੇ ਜੀ। ਅੱਲਾਹ ਤਾਲਾ ਤੁਹਾਡਾ ਪਿਆਰ ਇਸ ਤਰ੍ਹਾਂ ਆਮੀਨ। ਯਾਰ ਇਹਨੂੰ ਵਾਈਂਡ ਅਪ ਕਰ ਲੈਂਦੇ ਹੋ ਬਾਅਦ ਚ ਚੁੱਪ ਲੈ। ਕਰੋ ਮਾਈਂਡ ਤੁਹਾਡਾ- ਤੁਹਾਡੇ ਹੱਥ ਰੋਕੇ ਨੇ ਤੁਹਾਡਾ ਮੇਰਾ ਪਿਆਰ ਕੰਮ ਹੈ ਤੁਹਾਡਾ ਪਿਆਰ ਅੱਲਾਹ ਪਾਕ ਇਸ ਤਰ੍ਹਾਂ ਹੀ ਕਾਇਮ ਦਾਇਮ ਰੱਖੇ। जान ला के घुटते पैर। ਜੀ ਮੇਰੀ ਜਾਨ। ਆ ਦੇਖ ਰਹੇ ਹੋ इंस्ट्रक्शन पिछों आ रही ने उधर काम चालू होएगा। नाज़रीन वीडियो आपको कैसी लगी है? ठीक है, बैड कमेंट आपने नहीं करना है। वीडियो सिर्फ जस्ट इंटरटेनमेंट के लिए है, लेकिन ये जो रन मुरीदी है या जो कुछ भी इन्होंने कहा है प्यार मोहब्बत, ये सारा कुछ जेन्युइन है, रियलिटी में जेन्युइन है। और ये हम यहाँ पे वैसे नहीं पहुँचे कि हम किसी को रन मुरीद बना के आपके पास जो है ना वो इंटरटेनमेंट के लेके आए। ये हमें खबर मिली थी कि ये वाकई जेन्युइन बंदा रन मुरीद है और ये इसी तरह ही करता है और पता नहीं मेंटली को केस है या क्या मसला। ਲੇਕਿਨ ਅਲਹਮਦੁਲਿਲਾ ਇਹ ਕੋਈ ਫੇਕ ਨਹੀਂ। ਇਹ ਵੇਖੋ ਨਾ ਹੁਣ ਇਹ ਮੇਰੀ ਜਾਨ ਦਾ ਪੈਰ ਹੈ, ਇਹ ਮੇਰੇ ਬੁੱਲ ਨੇ। बस कर दो यार, बस कर दो। नाज़रीन का चैनल का लिंक जो है वो डिस्क्रिप्शन के अंदर मौजूद है, कम्युनिटी के अंदर भी मिल जाएगा। आप सबसे गुजारिश है कि आपने इनको विजिट भी करना है और इनको सब्सक्राइब भी करना है। इजाज़त दीजिए, अल्लाह के बाद।